ਸਿੱਖ ਸੰਗਤਾਂ ਦੀ ਇਹੀ ਮੰਗ ਸੀਗੀ ਕਿ ਜਿੱਥੇ ਵੀ ਬੇਅਦਬੀ ਹੁੰਦੀ ਆ ਉਹਨੂੰ ਪੁਲਿਸ ਹਵਾਲੇ ਨਾ ਕੀਤਾ ਜਾਵੇ, ਦੋਸ਼ੀ ਨੂੰ ਖੁਦ ਸੋਧਾ ਲਾਇਆ ਜਾਵੇ। ਜੇ ਅੱਜ ਸਿੰਘਾਂ ਨੇ ਸੋਧਾ ਲਾਇਆ ਏ ਤੇ ਕਈ ਕਿੰਤੂ ਪਰੰਤੂ ਵੀ ਕਰ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਕਰਨਾ ਹੀ ਆ ਸਾਰਿਆਂ ਨੇ। ਦੇਖੋ ਜਿਨ੍ਹਾਂ ਦਾ ਪਿਓ ਸੀ ਉਹਨਾਂ ਦਾ ਪਿਓ ਨਾਲ ਪ੍ਰੇਮ ਸੀ, ਉਹਨਾਂ ਨੇ ਸੌਦਾ ਲਾਤਾ ਤੇ ਸਿਲੰਡਰ ਕਰਤਾ ਤੇ ਲੋਕਾਂ ਨੇ ਫਿਰ ਚੰਗਾ ਮਾੜਾ ਦਾ ਕਹਿਣਾ ਹੀ ਆ ਵਿੱਚ। ਇਸ ਕਰਕੇ ਵੀ ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਆ ਉਹ ਨਹੀਂ ਐਸਾ ਕੁਝ ਕਰ ਸਕਦੇ। ਸਾਡੇ ਸਿੱਖ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਕਹਿੰਦੇ ਨੇ ਕਿ ਦੇਖੋ ਬੇਅਦਬੀ ਹੋਈ ਤਾਂ ਨਹੀਂ, ਉਹਨੂੰ ਜੇ ਉਹਨੇ ਕੋਈ ਇਦਾਂ ਦੀ ਘਟਨਾ ਕਰ ਰਿਹਾ ਸੀਗਾ, ਬੰਦੇ ਨੂੰ ਮਾਰਨਾ ਨਹੀਂ ਚਾਹੀਦਾ। ਇਹ ਤਾਂ ਤਾਲੀਬਾਨ ਵਾਲਾ ਜਿਹੜਾ ਰਾਜ ਆ ਉਹ ਇੱਥੇ ਹੋ ਗਿਆ, ਬਹੁਤ ਗਲਤ ਕੀਤਾ ਗਿਆ ਏ। ਜੇ ਕੋਈ ਇਦਾਂ ਦੀ ਘਟਨਾ ਕੀਤੀ ਤੀ ਪਹਿਲਾਂ ਵੀਡੀਓ ਵਾਇਰਲ ਕਰਦੇ, ਉਸ ਦੀ ਕੋਈ ਸਬੂਤ ਦਿੰਦੇ। ਇਦਾਂ ਦੇ ਜਿਹੜੇ ਤੱਥ ਨੇ ਉਹ ਦਿੱਤੇ ਜਾਂਦੇ ਨੇ ਕਿ ਗਲਤ ਕੀਤਾ ਗਿਆ ਏ। ਦੇਖੋ ਅਸੀਂ ਕਿਸੇ ਦੇ ਧਰਮ ਨੂੰ ਕਹਿ ਨਹੀਂ ਸਕਦੇ, ਕੋਈ ਜਿਹਦੀ ਜਿੰਨੀ ਸ਼ਰਧਾ ਹੈਗੀ ਉਨੀ ਤੇ ਰਹੇ। ਜਿਹਦੀ ਆਦ ਦਰਬਾਰ ਤੇ ਸੋਝੀ ਉਹਦੀ ਆਦ ਦਰਬਾਰ ਤੇ ਰਹਿ ਗਈ, ਜਿਹਦੀ ਦਸਮ ਦਰਬਾਰ ਤੇ ਉਹਦੀ ਦਸਮ ਦਰਬਾਰ ਤੇ ਰਹਿ ਗਈ, ਜਿਹਦੀ ਸਰਬਲੋਤ ਤੇ ਉਹਦੀ ਸਰਬਲੋਤ ਆ। ਪਰ ਸਾਡੀ ਪਰਮੇਸ਼ਰ ਅਕਾਲ ਪੁਰਖ ਸਾਨੂੰ ਤਾਂ ਤਿੰਨੇ ਦਰਬਾਰ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਦੇ ਨੇ। ਕਿਹੜੇ ਕਾਨੂੰਨ ਦੀ ਆਸ ਰੱਖਦੇ ਹੋ ਤੁਸੀਂ? 2015 ਤੋਂ ਲੈ ਕੇ ਦੱਸ ਦਿਓ ਸਾਨੂੰ ਕਿਹੜਾ ਹੋ ਗਿਆ? ਸਾਤੋਂ ਤਾਂ ਮੰਗਦੇ ਢੱਡਰੀਆਂ ਵਾਲਾ ਵੀਡੀਓ ਪ੍ਰੂਫ ਮੰਗਦਾ। 2015 ਤੋਂ ਲੈ ਕੇ ਦੇਖ ਲੈ, ਇੱਕ ਬਾਂਹ ਵਾਲਾ ਕਦੇ ਧੂਈ ਜਾਂਦਾ ਹੁੰਦਾ, ਕਦੇ ਮਾਈ ਤੇਲ ਦੀ ਬੋਤਲ ਲਈ ਜਾਂਦੀ ਆ, ਕਦੇ ਤੰਬਾਕੂ ਸੱਟ ਜਾਂਦੇ ਨੇ ਤਖਤ ਤੇ। ਜੇ ਪਿੰਕੀ ਕਹਿ ਰਿਹਾ ਪਿੰਕੀ ਨੂੰ ਪੁੱਛ ਲਓ। ਪਿੰਕੀ ਨੂੰ ਪੁੱਛਿਆ, ਉਹ ਕਹਿੰਦਾ 5 ਅਗਸਤ ਨੂੰ ਅਸੀਂ ਗਏ ਆ। ਤੇ ਉਹਨੂੰ ਪੁੱਛ ਲਓ ਵੀ ਕੀ ਗਿਆ ਬਾਬਿਆਂ ਨੂੰ, ਉਹਨੂੰ ਕਿਹੜਾ ਨਹੀਂ ਪਤਾ? ਸਾਰੇ ਮੈਨੂੰ ਤਾਂ ਪਤਾ ਨਹੀਂ, ਮੈਂ ਉੱਥੋਂ ਚਲਿਆ ਗਿਆ ਸੀਗਾ, ਇਦਾਂ ਕਹਿ ਰਿਹਾ ਹੈ। ਉਹਨੂੰ ਕਹੇ ਸਤਿਗੁਰਾਂ ਨੂੰ ਜਾਣ ਦੇਣੀ ਆ, ਅਸੀਂ ਵੀ ਦੇਣੀ ਆ, ਉਹਨੇ ਵੀ ਦੇਣ ਵਾਲੇ। ਉਹਨੂੰ ਪਤਾ ਹੈ ਉਹਨੂੰ ਪਤਾ ਹੈ ਉਹਨੂੰ ਪਤਾ ਸਾਰਾ ਇਸ ਕਰਕੇ ਇਹ ਨਹੀਂ ਮੁੱਕਰਨਾ ਨਹੀਂ ਚਾਹੀਦਾ। ਇੱਕ ਦਿਨ 'ਚ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿੱਦਾਂ ਦਾ, ਕਿਹੜਾ ਕਿੱਦਾਂ ਦਾ। 2015 ਤੋਂ ਲੈ ਕੇ 22 ਤੱਕ ਨਹੀਂ ਪਤਾ ਲੱਗਿਆ ਸਾਡੇ, ਨਾ ਫੌਜ ਨੂੰ ਪਤਾ ਲੱਗਿਆ, ਨਾ ਸਰਕਾਰੀ ਅਦਾਰੇ ਨੂੰ, ਨਾ ਹਾਈ ਕੋਰਟ, ਨਾ ਸੁਪਰੀਮ ਕੋਰਟ ਨੂੰ ਵੀ ਇਹ ਬੇਅਦਬੀਆਂ ਕਰਾ ਕੌਣ ਰਿਹਾ। ਕੋਈ ਬਾਦਲ ਦੇ ਸਿਰ ਤੇ ਕਹੀ ਜਾਂਦਾ, ਕੋਈ ਕਿਹਨੂੰ ਕਹੀ ਜਾਂਦਾ। ਕਰਾ ਤਾਂ ਰਹੇ ਨੇ, ਪਰ ਉਹਨਾਂ ਦੇ ਨੂੰ ਫੜ ਕੇ ਕੋਈ ਅੰਦਰ ਦਿੰਦਾ? ਡਟੇ ਰਹਿਣਗੇ ਬਾਬਾ ਜੀ ਇੱਥੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਬਿਲਕੁਲ ਡਟੇ ਰਹਾਂਗੇ, ਪਰ ਸੰਗਤ ਦਾ ਸਹਿਯੋਗ ਚਾਹੀਦਾ ਜੀ। ਘੋੜੇ ਚਾਹੀਦੇ ਨੇ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਹਾਂ। ਸਿੰਘੂ ਬਾਰਡਰ ਤੇ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰਦੀ ਆ। ਇੱਕ ਦੋਸਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਸਰਬਲੋਕ ਗ੍ਰੰਥ ਜੋ ਕਿ ਸਾਡੇ ਸਤਿਕਾਰਯੋਗ ਨੇ ਸਾਰੇ ਗ੍ਰੰਥ, ਉਹਨਾਂ ਦੇ ਜੋ ਪੋਥੀ ਸਾਹਿਬ ਆ ਉਸ ਨੂੰ ਛੇੜਛਾੜ ਕੀਤੀ ਜਾਂਦੀ ਆ। ਸੋ ਨਿੰਗ ਸਿੰਘਾਂ ਵੱਲੋਂ ਉਸ ਨੂੰ ਸੋਧਾ ਲਗਾਇਆ ਜਾਂਦਾ ਏ ਤੇ ਉਸ ਤੋਂ ਬਾਅਦ ਕੁਝ ਜਿਹੜੀਆਂ ਤਸਵੀਰਾਂ ਨੇ ਵਾਇਰਲ ਹੁੰਦੀਆਂ ਨੇ। ਅੱਜ ਸਵੇਰ ਤੋਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ, ਤੇ ਬੜੇ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਉੱਠ ਰਹੇ ਨੇ। ਲੋਕ ਬੜੀਆਂ ਗੱਲਾਂ ਬਣਾ ਰਹੇ ਨੇ ਕਿ ਸੱਚਾਈ ਆ ਜਿਹੜੀ ਸਾਹਮਣੇ ਆ ਗਈ, ਸਭ ਰਲੇ ਮਿਲੇ ਨੇ, ਇਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਪਰ ਸੱਚਾਈ ਕੀ ਹੈ? ਅਸੀਂ ਪਹੁੰਚੇ ਹਾਂ ਸਿੰਘੂ ਬਾਰਡਰ ਤੇ। ਬਾਬਾ ਅਮਨ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਾਂਗੇ ਕੀ ਸਾਰੀ ਸੱਚਾਈ ਆ, ਉਸ ਬਾਰੇ ਜ਼ਰੂਰ ਚਾਨਣਾ ਪਾਵਾਂਗੇ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਬੇਅਦਬੀਆਂ ਦਾ ਦੌਰ ਆ ਬੜੇ ਲੰਮੇ ਟਾਈਮ ਤੋਂ ਚੱਲ ਰਿਹਾ ਆ ਰਿਹਾ ਏ, ਤੇ ਸਿੱਖ ਸੰਗਤਾਂ ਦੀ ਇਹੀ ਮੰਗ ਸੀਗੀ ਕਿ ਜਿੱਥੇ ਵੀ ਬੇਅਦਬੀ ਹੁੰਦੀ ਆ ਉਹਨੂੰ ਪੁਲਿਸ ਹਵਾਲੇ ਨਾ ਕੀਤਾ ਜਾਵੇ, ਦੋਸ਼ੀ ਨੂੰ ਖੁਦ ਸੋਧਾ ਲਾਇਆ ਜਾਵੇ। ਜੇ ਅੱਜ ਸਿੰਘਾਂ ਨੇ ਸੋਧਾ ਲਾਇਆ ਏ ਤੇ ਕਈ ਕਿੰਤੂ ਪਰੰਤੂ ਵੀ ਕਰ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਕਰਨਾ ਹੀ ਆ ਸਾਰਿਆਂ ਨੇ। ਦੇਖੋ ਜਿਨ੍ਹਾਂ ਦਾ ਪਿਓ ਸੀ ਉਹਨਾਂ ਦਾ ਪਿਓ ਨਾਲ ਪ੍ਰੇਮ ਸੀ, ਉਹਨਾਂ ਨੇ ਸੌਦਾ ਲਾਤਾ ਤੇ ਸਿਲੰਡਰ ਕਰਤਾ ਤੇ ਲੋਕਾਂ ਨੇ ਫਿਰ ਚੰਗਾ ਮਾੜਾ ਦਾ ਕਹਿਣਾ ਹੀ ਆ ਵਿੱਚ। ਇਸ ਕਰਕੇ ਵੀ ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਆ ਉਹ ਨਹੀਂ ਐਸਾ ਕੁਝ ਕਰ ਸਕਦੇ। ਹੁਣ ਇਹਨੂੰ ਭਾਵੇਂ ਲੋਕ ਤੋਮਰ ਦੀਆਂ ਫੋਟੋਆਂ ਲਾ ਕੇ ਬਦਨਾਮ ਕਰਨ, ਕੁਛ ਵੀ ਲਾ ਕੇ ਬਦਨਾਮ ਕਰਨ, ਅਸੀਂ ਇੰਨਾ ਹੀ ਕਲੀਅਰ ਕਰਦੇ ਹਾਂ ਸੰਗਤ ਨੂੰ ਵੀ ਲਦੋਲਨ ਵੱਲ ਨੂੰ, ਲਦੋਲਨ ਸੱਚ ਦਾ ਇਕੱਠੇ ਹੋ ਜਾਓ ਜੀ। ਸੰਗਤ ਨੂੰ ਇਹੀ ਗੱਲ ਕਹਿਣੀ ਆ ਵੀ ਫੋਟੋਆਂ 'ਚ ਕੁਛ ਨਹੀਂ ਰੱਖਿਆ ਜੀ। ਜੇ ਬਾਬਾ ਜੀ ਦੇਖਿਆ ਜਾਵੇ, ਸਾਡੇ ਸਿੱਖ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹ ਕਹਿੰਦੇ ਨੇ ਕਿ ਦੇਖੋ ਬੇਅਦਬੀ ਹੋਈ ਤਾਂ ਨਹੀਂ, ਉਹਨੂੰ ਜੇ ਉਹਨੇ ਕੋਈ ਇਦਾਂ ਦੀ ਘਟਨਾ ਕਰ ਰਿਹਾ ਸੀਗਾ, ਬੰਦੇ ਨੂੰ ਮਾਰਨਾ ਨਹੀਂ ਚਾਹੀਦਾ। ਇਹ ਤਾਂ ਤਾਲੀਬਾਨ ਵਾਲਾ ਜਿਹੜਾ ਰਾਜ ਆ ਉਹ ਇੱਥੇ ਹੋ ਗਿਆ, ਬਹੁਤ ਗਲਤ ਕੀਤਾ ਗਿਆ ਏ। ਜੇ ਕੋਈ ਇਦਾਂ ਦੀ ਘਟਨਾ ਕੀਤੀ ਤੀ ਪਹਿਲਾਂ ਵੀਡੀਓ ਵਾਇਰਲ ਕਰਦੇ, ਉਸ ਦੀ ਕੋਈ ਸਬੂਤ ਦਿੰਦੇ। ਇਦਾਂ ਦੇ ਜਿਹੜੇ ਤੱਥ ਨੇ ਉਹ ਦਿੱਤੇ ਜਾਂਦੇ ਨੇ ਕਿ ਗਲਤ ਕੀਤਾ ਗਿਆ ਏ। ਸਾਡੇ ਸਿੱਖ ਪ੍ਰਚਾਰਕ ਵੀ ਸਾਡੇ ਤੇ ਸਵਾਲ ਚੁੱਕ ਰਹੇ ਨੇ, ਕਹਿ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜੀ ਗ੍ਰੰਥ ਸਾਰੇ ਸਤਿਕਾਰਯੋਗ ਨੇ, ਜਿਹੜਾ ਸਰਬਲੋਕ ਦਾ ਗ੍ਰੰਥ ਆ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਹਾ ਜਾ ਰਿਹਾ ਏ। ਜਿਹੜਾ
ਬੇਅਦਬੀ ਆ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਕਰ ਰਹੀਆਂ ਨੇ, ਕਿਉਂਕਿ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇਖਿਆ ਜਾਂਦਾ ਹੈ, ਇਹ ਕਹਿ ਰਹੇ ਨੇ ਉਹ ਇਦਾਂ ਦੇ ਜਿਹੜੇ ਵਚਨ ਨੇ ਉਹ ਕਰ ਰਹੇ ਨੇ। ਦੇਖੋ ਅਸੀਂ ਕਿਸੇ ਦੇ ਧਰਮ ਨੂੰ ਕਹਿ ਨਹੀਂ ਸਕਦੇ ਕੋਈ, ਜਿਹਦੀ ਜਿੰਨੀ ਸ਼ਰਧਾ ਹੈਗੀ ਉਨੀ ਤੇ ਰਹੇ। ਜਿਹਦੀ ਆਦ ਦਰਬਾਰ ਤੇ ਸੋਝੀ ਉਹਦੀ ਆਦ ਦਰਬਾਰ ਤੇ ਰਹਿ ਗਈ, ਜਿਹਦੀ ਦਸਮ ਦਰਬਾਰ ਤੇ ਉਹਦੀ ਦਸਮ ਦਰਬਾਰ ਤੇ ਰਹਿ ਗਈ, ਜਿਹਦੀ ਸਰਬਲੋਤ ਉਹਦੀ ਸਰਬਲੋਤ ਆ। ਪਰ ਸਾਡੀ ਪਰਮੇਸ਼ਰ ਅਕਾਲ ਪੁਰਖ ਸਾਨੂੰ ਤਾਂ ਤਿੰਨੇ ਦਰਬਾਰ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਦੇ ਨੇ। ਉਹ ਜਿਹੜੇ ਹੁਣ ਕਹਿੰਦੇ ਆ ਉਹਨਾਂ ਦਾ ਖੁਸ਼ ਹੈ, ਭਾਵੇਂ ਉਹ ਟੱਲੀਆਂ ਖੜਕਾ ਕੇ ਕਰਨ, ਕੁਝ ਵੀ ਕਰਨ, ਸਾਨੂੰ ਭਰੋਸਾ ਹੈ। ਇਸ ਕਰਕੇ ਅਸੀਂ ਮੰਨਦੇ ਹਾਂ ਤਿੰਨੇ ਦਰਬਾਰਾਂ ਨੂੰ, ਸੰਸਾਰ ਮੰਨੇ ਨਾ ਮੰਨੇ। ਗ੍ਰੰਥ ਤਾਂ ਸਾਰੇ ਬਰਾਬਰ ਨੇ, ਪਰ ਸਤਿਕਾਰਯੋਗ ਨੇ ਸਾਰੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੀਂ ਲਿਖਤ ਗ੍ਰੰਥ ਨੇ, ਸਰਬਲੋਕ ਗ੍ਰੰਥ ਨੇ ਜਿਹੜੇ। ਕੀ ਕਹੇਂਗੇ ਉਹ ਇਦਾਂ ਦੇ ਬਿਆਨ ਦੇਣੇ ਤੇ ਉਹ ਕਿੱਧਰ ਨੂੰ ਜਾ ਰਹੀ ਹੈ ਗੱਲ? ਕੀ ਲੱਗ ਰਿਹਾ ਇਹ ਇਦਾਂ ਦੇ ਪ੍ਰਚਾਰ ਕੇ ਇਦਾਂ ਦੇ ਬਿਆਨ ਨੇ ਜਿਹੜੇ ਦੇਣ ਲੱਗੇ, ਕਿੱਧਰ ਨੂੰ ਜਾ ਰਹੀ ਹੈ ਗੱਲ? ਦੇਖੋ ਇੱਕ ਪਬਲਿਕ ਹੈ ਜੀ, ਇਹ ਪ੍ਰਚਾਰ ਕੇ ਗੱਲ ਕਲੀਅਰ ਨਹੀਂ ਕਰ ਸਕਦਾ। ਜੇ ਉਹਨੂੰ ਸਰਬਲੋਕ ਮਹਾਰਾਜ ਦਾ ਸਰੂਪ ਉਹਨੂੰ ਲੱਗਦਾ, ਕਿਸੇ ਨੂੰ ਸ਼ੰਕਾ ਬਾਦ ਹੈਗੀ ਆ, ਉਹ ਪ੍ਰਕਾਸ਼ ਕਰਕੇ, ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ ਜੀ, ਉਹ ਪ੍ਰਕਾਸ਼ ਕਰਕੇ ਸਾਰੇ ਹੁਕਮਨਾਮੇ ਕਲੀਅਰ ਕਰ ਦੇਣਗੇ ਸੰਸਾਰ ਨੂੰ। ਇਹਨਾਂ ਨੂੰ ਕਹੇ ਵੀ ਜਿੰਨੀ ਕੁ ਸੋਚ ਆ ਉਨੀ ਕੁ ਸੋਚ ਦੇ ਮਾਲਕ ਨੇ। ਇਸ ਕਰਕੇ ਵੀ ਗੁਰੂ ਸਾਹਿਬ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ, ਸਿੰਘਾਂ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਗੁਰੂ ਸਾਹਿਬ ਦੇ ਗ੍ਰੰਥਾਂ ਤੇ। ਇਸ ਕਰਕੇ ਵੀ ਜਿਹੜੇ ਇਹ ਉਹ ਇਨਸਾਨ ਦੇ ਪੱਲੇ ਕੱਖ ਨਹੀਂ ਰਹਿੰਦਾ ਹੈ। ਸਮਾਂ ਆ ਕੇ ਫਿਰ ਉਹ ਆਪੇ ਪਤਾ ਲੱਗ ਜਾਂਦਾ ਸੰਸਾਰ ਨੂੰ ਵੀ ਕਿੰਨੀ ਕੁ ਸੋਝੀ ਦਾ ਮਾਲਕ ਹੈ। ਜੇ ਦੇਖਿਆ ਜਾਵੇ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਵੱਖ-ਵੱਖ ਆਪਣੇ ਬਿਆਨ ਜਾਰੀ ਕਰ ਰਹੀਆਂ ਨੇ, ਇੱਕ ਤਾਂ ਬੇਅਦਬੀ ਹੁੰਦੀ ਆ, ਸੋਧਾ ਲਾਇਆ ਜਾਂਦਾ, ਪਰ ਲੋਕ ਨੇ ਜਿਹੜੇ ਉਹ ਸਿਆਸਤ ਕਰਨ ਲੱਗ ਗਏ ਨੇ। ਇਹ ਕਿਸ ਤਰ੍ਹਾਂ ਦੇਖ ਰਹੇ ਹੋ? ਸਿਆਸਤ ਹੋ ਰਹੀ ਆ ਸਾਡੇ ਧਰਮ ਤੇ, ਹਰ ਇੱਕ ਧਰਮ ਤੇ ਸਿਆਸਤ ਹੋ ਰਹੀ ਆ, ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ? ਅਸੀਂ ਇੱਕ ਗੱਲ ਕਲੀਅਰ ਕਰਦੇ ਹਾਂ, ਲੋਕ ਸਿਆਸਤ ਕਰਨ, ਕੁਝ ਵੀ ਕਰਨ। ਉਹਨੇ ਬੇਅਦਬੀ ਕਰੀ, ਸਿੰਘਾਂ ਨੇ ਸੋਧਾ ਲਾਤਾ, ਸਿਲੰਡਰ ਕਰਤਾ, ਨਾ ਤਾਂ ਅਸੀਂ MLA ਬਣਨਾ ਇੱਥੇ, ਨਾ ਕੋਈ MP ਬਣਨਾ, ਨਾ ਕੋਈ ਅਸੀਂ DC ਜੱਜ ਲੱਗਣਾ। ਸਾਨੂੰ ਚਾਰ ਗੱਲਾਂ ਕਲੀਅਰ ਕਰ ਦੇਣ, 2015 ਤੋਂ ਲੈ ਕੇ 22 ਤੱਕ ਹਿਸਾਬ ਦੇ ਦੇਣ। ਇੱਕ ਆ ਕਲੀਅਰ ਕਰਨ ਵੀ ਇਹ ਕਿਹਨੇ ਭੇਜਿਆ, ਇਹ ਕਿਹਨੇ ਭੇਜਿਆ, ਤੇ ਇੱਕ ਬਿੱਲਾਂ ਦਾ ਕਲੀਅਰ ਕਰਨਾ ਵੀ ਇਹ ਕਿਉਂ ਨਹੀਂ ਰੱਦ ਕਰਦੇ, ਕਿਉਂ ਨਹੀਂ ਰਾਸ਼ਟਰਪਤੀ ਸੁਣਦਾ ਬਈ, ਗ੍ਰਹਿ ਮੰਤਰੀ ਕਿਉਂ ਨਹੀਂ ਸੁਣਦਾ? ਜੇ ਤੁਸੀਂ ਲੋਕਤੰਤਰ ਨੂੰ ਇੱਕੋ ਜਿਹਾ ਮੰਨਦੇ ਆ, ਕਾਨੂੰਨ ਇੱਕੋ ਜਿਹਾ ਮੰਨਦੇ ਆ, ਫਿਰ ਕਿਸਾਨ 10.5 ਮਹੀਨੇ ਹੋ ਗਏ ਇਹਦੀ ਕਿਉਂ ਨਹੀਂ ਸੁਣਦੇ? ਇੱਦਾਂ ਨਹੀਂ ਹੁੰਦਾ। ਜੇ ਹੁਣ ਮਹਾਰਾਜ ਦੇ ਸਰੂਪ ਪ੍ਰਕਾਸ਼ ਨੇ ਤਾਂ ਤੁਸੀਂ ਆਪਣੀਆਂ ਗੁਰੂ ਸਾਹਿਬ ਤੇ ਅਸੀਂ ਕੱਲ੍ਹ ਵੀ ਸਾਰੇ ਸੰਸਾਰ ਨੂੰ ਕਲੀਅਰ ਕਰਿਆ ਵੀ ਜਿਹੜਾ ਗੁਰੂ ਸਾਹਿਬ ਵੱਲ ਨੂੰ ਨੀਤੀ ਵੱਲ ਸਰੂਪ ਤੇ ਰਾਜਨੀਤੀ ਕਰੂਗਾ, ਉਹ ਜਿਵੇਂ ਸਿੰਘਾਂ ਨੇ ਟੰਗਿਆ ਉਹ ਇਦਾਂ ਹੀ ਟੰਗ ਹੋਣਗੇ। ਇਹ ਗੁਰੂ ਸਾਹਿਬ ਨੇ ਆਪਣਾ ਕਾਰਜ ਆਪ ਹੀ ਕਰਾ ਲੈਣਾ ਜੀ। ਬਾਬਾ ਜੀ ਜੇ ਦੇਖਿਆ ਜਾਵੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਗੱਡੀਆਂ ਚੜਾਈਆਂ ਜਾਂਦੀਆਂ ਨੇ, ਕਿਸਾਨ ਦਰੜੇ ਜਾਂਦੇ ਨੇ, ਜਿਸ ਤੋਂ ਬਾਅਦ BJP ਦੀ ਚਾਰੇ ਪਾਸੇ ਨਿੰਦਾ ਹੋ ਰਹੀ ਸੀਗੀ, BJP ਦੇ ਮੰਤਰੀਆਂ ਦੀ ਨਿੰਦਾ ਹੋ ਰਹੀ ਸੀਗੀ, BJP ਦੀ ਸਰਕਾਰ ਦੀ ਨਿੰਦਾ ਹੋ ਰਹੀ ਸੀਗੀ, ਤੇ ਉਸ ਤੋਂ ਬਾਅਦ ਇੱਥੇ ਬੇਅਦਬੀ ਦੀ ਘਟਨਾ ਹੈ ਜਿਹੜੀ ਉਹ ਵਾਪਰਦੀ ਆ, ਸਿੰਘਾਂ ਵੱਲੋਂ ਸੋਧਾ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਤੁਹਾਡੀਆਂ ਕੁਝ ਫੋਟੋਆਂ ਨੇ ਜਿਹੜੀਆਂ ਉਹ ਵਾਇਰਲ ਹੁੰਦੀਆਂ ਨੇ, ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਇੱਕ ਸਿਆਸਤ ਦੇ ਤਰ੍ਹਾਂ ਦੇਖ ਰਹੇ ਹੋ ਜਾਂ ਕੋਈ ਇਹ ਵਿੱਚ ਸੱਚਾਈ ਹੈ ਇਹ ਗੱਲਾਂ ਦੇ? ਇੱਕ ਤਾਂ ਹੀ ਜ਼ਿੰਮੇਵਾਰੀ ਲਈ ਹੈ ਜੀ। ਦੇਖੋ ਘੋੜਿਆਂ ਦਾ ਸਿੰਘ ਹੈ ਜੀ, ਸਾਰੇ ਸੰਸਾਰ ਨੂੰ ਪਤਾ ਵੀ ਉਰੇ ਸੇਵਾ ਕਰਦਾ ਉਹ ਜੀ, ਸਾਰਾ ਸੰਸਾਰ ਕਲੀਅਰ ਕਰ ਦੂ। ਇੱਥੇ ਸਾਰੇ ਸਾਡੇ ਨੌਜਵਾਨਾਂ ਨੂੰ ਪਤਾ ਹੈ। ਨਵੀਨ ਪੁੱਤ ਭਾਊ ਕਿਦਾਂ ਦਾ ਸੀ, ਸਾਧ ਸੀ, ਕੀ ਸੀ? ਇਹ ਸਿੰਘਾਂ ਦੇ ਨਾਲ ਅਮਰ ਛਕਿਆ ਉਹਨੇ। ਇਹ ਇਕੱਠੇ ਹੀ ਸਜੇ ਨੇ, ਇਕੱਠੇ ਸਜੇ ਨੇ, ਇਹ ਇੱਥੇ ਸੇਵਾ ਕਰਦੇ ਸੀ। ਦੇਖੋ ਗੁਰੂ ਸਾਹਿਬ ਨੇ ਸੇਵਾ ਉਹਨਾਂ ਤੋਂ ਲਈ ਹੈ, ਅਸੀਂ ਜ਼ਿੰਮੇਵਾਰੀ ਲਈ ਹੈ। ਜ਼ਿੰਮੇਵਾਰੀ ਇਸ ਕਰਕੇ ਘੋੜਿਆਂ ਦੀ ਸੇਵਾ ਕਰਦਾ, ਅਸੀਂ ਵੀ ਘੋੜਿਆਂ ਦੀ ਸੇਵਾ ਕਰਦੇ ਹਾਂ। ਇਹ ਨਹੀਂ ਹੁੰਦਾ ਇੱਥੇ ਚਾਲ ਖੇਡੀ ਗਈ ਹੈ। ਇਹ ਤਾਂ ਦੇਖੋ ਵੀ ਅੰਦੋਲਨ ਕਿੱਥੇ ਲੜਦੇ ਹਾਂ ਆਪਾਂ? ਦਿੱਲੀ ਤੇ ਨਾ, ਜਿੱਥੇ ਤੁਸੀਂ ਬੈਠੇ ਹੋ। ਕਿਹਦੇ ਨਾਲ ਲੜਦੇ ਹਾਂ? BJP ਨਾਲ ਲੜਦੇ ਹਾਂ। ਤੇ ਅਸੀਂ ਚਿੱਠੀਆਂ ਕਿਹਨੂੰ ਲਾਈਆਂ? ਚਿੱਠੀਆਂ ਲਾਈਆਂ ਦਿੱਲੀ। ਅਫਸਰ ਇਹਨਾਂ ਦੇ ਲੱਗੇ ਹੋਏ ਨੇ, ਸਾਰੇ RSS ਦੇ ਅਫਸਰ ਲੱਗੇ ਨੇ। ਜਾਓਗੇ ਕਿੱਧਰ ਨੂੰ? ਕਿਹੜੇ ਕਾਨੂੰਨ ਦੀ ਆਸ ਰੱਖਦੇ ਹੋ ਤੁਸੀਂ? 2015 ਤੋਂ ਲੈ ਕੇ ਦੱਸ ਦਿਓ ਸਾਨੂੰ ਕਿਹੜਾ ਹੋ ਗਿਆ? ਸਾਤੋਂ ਤਾਂ ਮੰਗਦੇ, ਢੱਡਰੀਆਂ ਵਾਲਾ ਵੀਡੀਓ ਪ੍ਰੂਫ ਮੰਗਦਾ। 2015 ਤੋਂ ਲੈ ਕੇ ਦੇਖ ਲੈ, ਇੱਕ ਬਾਂਹ ਵਾਲਾ ਕਦੇ ਧੂਈ ਜਾਂਦਾ ਹੁੰਦਾ, ਕਦੇ ਮਾਈ ਤੇਲ ਦੀ ਬੋਤਲ ਲਈ ਜਾਂਦੀ ਆ, ਕਦੇ ਤੰਬਾਕੂ ਸੱਟ ਜਾਂਦੇ ਨੇ ਤਖਤ ਤੇ। ਇਸ ਕਰਕੇ ਐਦਾਂ ਨਹੀਂ ਕਰੀਦਾ ਹੁੰਦਾ। ਜੋ ਸਤਿਗੁਰਾਂ ਦੇ ਪਾਵਨ ਹੋਇਆ ਉਹ ਮਹਾਰਾਜ ਜਾਣਦੇ ਆ। ਜਿਹੜਾ ਗੁਰੂ ਸਾਹਿਬ ਤੇ ਭਾਵੇਂ ਉਹ ਨਿਹੰਗ ਸਿੰਘ ਨੇ, ਕੋਈ ਵੀ ਇਨਸਾਨ ਆ ਗੁਰੂ ਦਾ ਬਾਣਾ ਪਾ ਕੇ ਇੱਦਾਂ ਦਾ ਕਾਰਜ ਕਰਦਾ ਹੈ ਤਾਂ ਉਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸੇਵਾ ਸਿੰਘਾਂ ਤੋਂ ਕਰਾਉਣਗੇ ਜੀ। ਬਾਬਾ ਜੀ ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਹਮੇਸ਼ਾ ਜਿਹੜੇ ਸਾਡੀ ਗੁਰੂ ਦੀ ਲਾਡਲੀ ਫੌਜ ਆ ਨਿਹੰਗ ਸਿੰਘ ਨੇ ਉਹਨਾਂ ਦਾ ਸਤਿਕਾਰ ਕਰਦੀਆਂ ਨੇ, ਪਰ ਕਿਤੇ ਨਾ ਕਿਤੇ ਸ਼ੰਕਾ ਪੈਦਾ ਹੋ ਰਹੀ ਆ ਬਈ ਕਿਤੇ ਕੋਈ ਗੱਲ ਵਿੱਚੋਂ ਮਿਲੀ ਤਾਂ ਨਹੀਂ?
ਜਿੱਦਾਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਨੇ, ਨਰਿੰਦਰ ਤੋਮਰ ਤੁਹਾਨੂੰ ਸਰੋਪਾ ਉਹ ਪਾ ਰਹੇ ਨੇ ਜਾਂ ਤੁਸੀਂ ਲੰਚ ਕਰ ਰਹੇ ਹੋ ਉਹਨਾਂ ਦੇ ਨਾਲ, ਤਾਂ ਗੱਲਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਬੜੀਆਂ ਹੋ ਰਹੀਆਂ ਨੇ, ਉਹਨਾਂ ਨੂੰ ਕਿੱਦਾਂ ਕਲੀਅਰ ਕਰਨਗੇ? ਕਿਉਂਕਿ ਬਹੁਤ ਲੋਕ ਨੇ ਜਿਹੜੇ ਸਵਾਲ ਚੁੱਕ ਰਹੇ ਨੇ। ਅਸੀਂ ਇੱਕ ਵਾਰ ਮਿਲੇ ਆ ਜੀ, ਉਹਨਾਂ ਨੂੰ ਕਹ ਸੈਂਟਰ ਦੀ ਸਰਕਾਰ ਨੂੰ ਕਿ ਤੁਸੀਂ ਕਲੀਅਰ ਕਰ ਦਿਓ, ਜੀ ਕਲੀਅਰ ਕਰ ਦੇਣਾ ਨਾ ਉਹ। ਜੀ, ਜੇ ਉਹਨਾਂ ਨੇ ਅਸੀਂ ਕੁਛ ਉਹਨਾਂ ਨੂੰ ਮਿਲੇ ਆ, ਅਸੀਂ ਤਾਂ ਮਿਲੇ ਆ, ਅਸੀਂ ਕਿਹੜਾ ਮੁੱਕਰਦੇ ਆ, ਮਿਲੇ ਆ, ਪਰ ਸਾਨੂੰ ਦੇਖੋ ਤਾਂ ਵੀ ਅਸੀਂ ਕਾਨੂੰਨੀ ਤਰੀਕੇ ਨਾਲ ਮਿਲ ਰਹੇ ਉਹਨਾਂ ਨੂੰ। ਜੀ, ਜੀ, ਕਾਨੂੰਨੀ ਤਰੀਕੇ ਨਾਲ ਤਾਂ ਮਿਲਣਾ ਪਊਗਾ ਨਾ ਸਾਰਿਆਂ ਨੂੰ। ਜਦੋਂ ਪਰ ਸਾਨੂੰ ਕੀ ਪਤਾ ਮੂਹਰੇ ਰੂਪ ਹੋਰ ਬੈਠੇ ਨੇ ਜਿਹੜੇ ਇਨਸਾਨ ਸਾਨੂੰ ਹੁਣ ਇਹ ਗੱਲ ਕਲੀਅਰ ਕਰ ਰਹੇ ਨੇ ਵੀ ਘੋੜੇ ਲੈ ਜਾਓ। ਇਹਨਾਂ ਧਿਆਨ ਰੱਖੋ ਵੀ ਇਹ ਤੋਮਰ ਹੁਣੀਆਂ ਨੇ ਕਰਾਈ ਆ, ਵੀ ਇੱਥੇ ਤੋਮਰ ਹੁਣੀਆਂ ਨੇ ਭੇਜਿਆ ਬੰਦਾ, ਉਹ ਲੀਡਰ ਜਾਂਚ ਕਰਨ। ਅਸੀਂ ਤਾਂ ਕਰਾਂਗੇ। ਨਿਹੰਗ ਸਿੰਘਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਰੀ ਫੌਜ ਨੂੰ ਵੀ ਤੁਹਾਡਾ ਸਾਥ ਚਾਹੀਦਾ ਸਾਨੂੰ ਸਾਰਿਆਂ ਦਾ। ਪੁਲਿਸ ਆਪਣੇ ਨਾਲ ਆ, ਕੁੰਡਲੀ ਪ੍ਰਸ਼ਾਸਨ ਦੀ, ਮੀਡੀਆ ਨਾਲ ਆਪਣੇ। ਚੋਰ ਫੜਨਾ ਕੀ ਸਿਖਾਲਾ ਗੱਲ ਕੀ ਜ਼ਿੰਮੇਵਾਰੀ। ਇਹ ਨਾ ਸੋਚੋ ਵੀ ਬਾਬੇ ਅਮਨ ਦਾ ਅੰਦੋਲਨ ਨਹੀਂ ਹੈਗਾ ਇਕੱਲੇ ਦਾ। ਜੇ ਸੋਚੋ ਸਾਡੇ ਕੋਲ ਜ਼ਮੀਨ ਤਾਂ ਹੈ ਨਹੀਂ, ਸਤਿਗੁਰਾਂ ਨੇ ਜ਼ਮੀਰ ਦਿੱਤੀ ਹੈ ਤੇ ਬਾਣਾ ਦਿੱਤਾ ਤੇ ਰੂਪ ਦਿੱਤਾ, ਇਹ ਮਹਾਰਾਜ ਨੇ ਜ਼ਰੂਰ ਬਖਸ਼ਿਆ। ਪਰ ਇਹਨਾਂ ਦਾ ਧਿਆਨ ਰੱਖਿਓ ਵੀ ਜੇ ਜ਼ਿੰਮੇਵਾਰੀ ਚੁੱਕੀ ਆ ਨਾ ਤਾਂ ਪੂਰੀ ਕਰੋ। ਹੁਣ ਬਿਲਾਂ ਦਾ ਜਿਹੜਾ ਹੈਗਾ ਉਹ ਕਲੀਅਰ ਕਰੋ। ਅਸੀਂ ਪਹਿਲਾਂ ਗੱਲ ਧਰਮ ਦੀ ਹੈ, ਫਿਰ ਕਿਸਾਨੀ ਦੀ। ਜੇ ਸਾਡੇ ਨਾਲ ਚੱਲੋਗੇ, ਹਲੇ ਤਾਂ ਧਰਮ ਵਾਲੇ ਚੋਰ ਫੜੇ ਜਾਣਗੇ, ਹਲੇ ਕਿਸਾਨ ਵਾਲੇ ਚੋਰ ਫੜੇ ਜਾਣਗੇ, ਸਾਰੇ ਫੜ ਹੋ ਜਾਣਗੇ। ਬਾਬਾ ਜੀ ਜੇ ਦੇਖਿਆ ਜਾਵੇ ਪਿੰਕੀ ਕੈਟ ਉਹਨਾਂ ਦਾ ਅੱਜ ਇੱਕ ਬਿਆਨ ਆਇਆ ਹੈ ਕਿ ਮੈਂ ਜਦੋਂ ਆਪਣੇ ਕਿਸੇ ਕੇਸ ਦੇ ਮਸਲੇ ਦੇ ਵਿੱਚ ਦਿੱਲੀ ਜਾ ਰਿਹਾ ਸੀਗਾ ਤੇ ਬਾਬਾ ਅਮਨ ਨੇ, ਮੈਂ ਉਹਨਾਂ ਨੂੰ ਜਾਣਦਾ, ਅਸੀਂ ਮਿਲੇ ਹਾਂ, ਥੋੜ੍ਹਾ ਬਹੁਤਾ ਜੇਲ੍ਹ 'ਚ ਮਿਲਦੇ ਰਹੇ ਹਾਂ ਜਦੋਂ ਗੁਰੂ ਘਰ ਜਾਂਦੇ ਸੀਗੇ, ਤੇ ਉੱਥੇ ਮੈਨੂੰ ਮਿਲੇ ਨੇ, ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹ ਕਹਿੰਦੇ ਨੇ ਅਸੀਂ ਵੀ ਜਾ ਕੇ ਆਉਣਾ, ਅਸੀਂ ਚੱਲਦੇ ਹਾਂ ਨਾਲ। ਕੀ ਗੱਲ ਕਲੀਅਰ ਇਹੀ ਸੀਗੀ? ਉਹ ਕਹਿ ਰਹੇ ਨੇ ਉਹਨਾਂ ਨੇ ਕੀ ਕਲੀਅਰ ਕਰਿਆ ਜੀ, ਉਹਨਾਂ ਨੇ ਕੀ ਕਲੀਅਰ ਕਰਿਆ? ਉਹ ਕਹਿੰਦੇ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਕੋਈ ਆਪਣਾ ਮਸਲਾ ਸੀਗਾ, ਸਾਡਾ ਕੇਸ ਚੱਲ ਰਿਹਾ ਸੀ ਜਿਸ ਦੇ ਸੰਬੰਧ ਵਿੱਚ ਅਸੀਂ ਨਰਿੰਦਰ ਤੋਮਰ ਨੂੰ ਮਿਲਣ ਗਿਆ, ਮੰਤਰੀ ਨੂੰ, ਤੇ ਅਸੀਂ ਪਿੰਕੀ ਨੇ ਕਿਹਾ। ਹਾਂ, ਪਿੰਕੀ ਨੇ ਕਿਹਾ ਵੀ ਗਰੇਵਾਲ ਨੂੰ ਅਸੀਂ ਕਹਿ ਕੇ ਉੱਥੇ ਮਿਲਣ ਗਏ ਹਾਂ। ਗਰੇਵਾਲ ਮੇਰਾ ਦੋਸਤ ਵੀ ਆ, ਮੇਰਾ ਰਿਸ਼ਤੇਦਾਰ ਵੀ ਆ, ਉਸ ਨੂੰ ਕਿਹਾ ਅਸੀਂ ਵੀ ਸਾਨੂੰ ਮਿਲਾ। ਤੇ ਅਸੀਂ ਜਦੋਂ ਗਏ ਸਿੰਘੂ ਬਾਰਡਰ ਤੇ ਸਾਨੂੰ ਬਾਬਾ ਅਮਨ ਮਿਲ ਗਏ ਤੇ ਉਹ ਵੀ ਸਾਡੇ ਨਾਲ ਚਲੇ ਗਏ ਨੇ, ਉਹਨਾਂ ਨੂੰ ਦੱਸਿਆ ਜਦੋਂ ਬਈ ਅਸੀਂ ਵੀ ਮਿਲਣਾ ਹੈ। ਕੀ ਗੱਲ? ਸੰਸਾਰ ਸਾਨੂੰ ਕਹਿ ਰਿਹਾ ਨਾ, ਪੁੱਛ ਰਿਹਾ। ਦੇਖੋ ਜੋ ਉਹਨੇ ਸਾਨੂੰ ਇਹ ਗੱਲਾਂ ਕਹੀਆਂ ਜੀ, ਪਿੰਕੀ ਦੇ ਸਾਹਮਣੇ ਕਹੀਆਂ ਨੇ ਜੀ, ਸਾਰਿਆਂ ਦੇ ਸਾਹਮਣੇ ਕਹੀਆਂ ਨੇ ਨਾ। ਉਹਨੂੰ ਪੁੱਛੋ ਕਈ ਨਹੀਂ ਕਹੀਆਂ ਉਹਨਾਂ ਨੇ, ਗਰੇਵਾਲ ਨੇ ਕਹੀਆਂ ਨੇ ਜੀ। ਉਹ ਕਹਿੰਦਾ ਜਦੋਂ ਇਹ ਮਸਲਾ ਹੋਇਆ ਸਾਰਾ, ਅਸੀਂ ਲੰਚ ਕਰਕੇ ਸਰੋਪਾ ਪਾਇਆ ਗਿਆ, ਜਦੋਂ ਉਸ ਤੋਂ ਬਾਅਦ ਅਸੀਂ ਚਲੇ ਆਏ ਸੀਗੇ ਵਾਪਸ, ਚੰਡੀਗੜ੍ਹ ਚਲੇ ਗਏ ਸੀਗੇ ਤੇ ਬਾਬਾ ਜੀ ਸੀਗੇ ਉਹ ਉੱਥੇ ਹੀ ਸੀਗੇ ਉਸ ਟਾਈਮ, ਅਸੀਂ ਵਾਪਸ ਚਲੇ ਗਏ ਸੀਗੇ। ਪਿੰਕੀ ਨੇ ਇਹ ਕਿਹਾ ਨਹੀਂ, ਉਹ ਤਾਂ ਫਿਰ ਮਹਾਰਾਜ ਕਿਰਪਾ ਕਰੇ, ਇਹਦਾ ਇਦਾਂ ਦੀ ਨਹੀਂ ਗੱਲ। ਅਸੀਂ ਆ ਗਏ ਸੀ, ਸਾਨੂੰ ਨਹੀਂ ਇਸ ਗੱਲ ਦਾ ਕਲੀਅਰ ਪਤਾ। ਅਸੀਂ ਜਦੋਂ ਹੀ ਆ ਗਏ ਤੇ ਸਾਨੂੰ ਇਹਨਾਂ ਨੇ ਕਲੀਅਰ ਕਰਿਆ। ਭਾਵੇਂ ਪਿੰਕੀ ਅੱਜ ਆਪਣੀ ਸਫਾਈ ਦਿੰਦਾ ਹੈ, ਭਾਵੇਂ ਉਹ ਆਪਣੇ ਕਾਰਜ ਗਿਆ, ਪਰ ਸਾਨੂੰ ਸਾਡਾ ਰਸਤਾ ਤਾਂ ਇੱਧਰ ਕਲੀਅਰ ਹੋਇਆ ਨਾ। ਮਿਲਿਆ ਤੁਹਾਨੂੰ ਪਿੰਕੀ ਇੱਥੇ ਸਿੰਘੂ ਬਾਰਡਰ ਤੇ ਸੀਗਾ? ਆਏ ਨੇ ਸਾਡੇ ਕੋਲੇ ਉਹ, ਅਸੀਂ ਤਾਂ ਆਪ ਕਹਿੰਦੇ ਵੀ ਆਏ ਨੇ ਜੀ। ਚਿੱਠੀਆਂ ਪਰ ਸਾਨੂੰ ਸੱਦਿਆ ਉਹਦੇ ਰਾਹੀਂ ਗਿਆ ਜੀ। ਆ ਜਿਹੜੀਆਂ ਸਾਡੀਆਂ ਚਿੱਠੀਆਂ ਲਾਈਆਂ ਨੇ, ਐਪਲੀਕੇਸ਼ਨ ਲਾਈਆਂ ਨੇ, ਉਹ ਨੰਬਰ ਤੋਂ ਫੋਨ ਆਇਆ। ਇਹਨਾਂ ਨੂੰ ਕਿਹਾ ਵੀ ਸਾਰਾ ਉਹਦੀ ਜਾਂਚ ਕਰਨ, ਜਿਹੜੇ ਰਾਸ਼ਟਰਪਤੀ ਦਾ ਦਫ਼ਤਰ ਦਾ ਨੰਬਰ ਹੈ ਨਾ, ਉੱਥੇ ਸਾਡੇ ਟੈਲੀਫੋਨ ਕਢਾਉਣਾ ਜੀ। ਉੱਥੇ ਨੰਬਰ ਨੇ ਸਾਡੇ ਫੋਨ ਦੇ, ਉੱਥੋਂ ਤੁਹਾਨੂੰ ਫੋਨ ਆਇਆ, ਫੋਨ ਕਰਕੇ ਫਿਰ ਕਿਹਾ ਗਿਆ ਵੀ ਤੁਸੀਂ ਮਿਲਣ ਦਾ ਟਾਈਮ ਆ ਜਿਹੜਾ ਉਹ ਕੱਢੋ, ਫਿਕਸ ਕਰ ਲਓ ਆਪਣਾ, ਵੀ ਅਸੀਂ ਸਾਰਾ ਕਲੀਅਰ ਕਰਾ ਦਿਆਂਗੇ। ਖੇਤੀਬਾੜੀ ਤੋਮਰ ਦੇ ਨਾਲ ਵੀ ਕਲੀਅਰ, ਸਾਰਿਆਂ ਨੇ ਉਹਦੇ ਸਾਰਿਆਂ ਦੇ ਸਾਹਮਣੇ ਗੱਲ ਹੋਇਆ, ਬਚਨ ਹੋਇਆ। ਬਾਬਾ ਜੀ ਜੇ ਦੇਖਿਆ ਜਾਵੇ ਮਸਲਾ ਜਾਂਦਾ ਕਿੱਧਰ ਨੂੰ ਆ? ਕਿਉਂਕਿ ਅੰਦੋਲਨ ਨੂੰ ਚੱਕਣਾ ਪੁੱਤ, ਉਹੀ ਗੱਲ ਕਰ ਰਹੇ ਆ। ਜਦੋਂ 29 ਜਨਵਰੀ ਨੂੰ ਇੱਧਰ ਕਿਸਾਨਾਂ ਤੇ ਅਟੈਕ ਹੁੰਦਾ ਏ ਤਾਂ ਨਿਹੰਗ ਸਿੰਘਾਂ ਦੇ ਜੈਕਾਰੇ ਸੁਣ ਕੇ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹ ਇੱਥੋਂ ਭੱਜਦੇ ਨੇ, ਤੇ ਨਿਹੰਗ ਸਿੰਘ ਨੇ ਜਿਹੜੇ ਕਿਸਾਨਾਂ ਦੀ ਸਟੇਜ ਤੋਂ ਅੱਗੇ ਬੈਰੀਗੇਟਿੰਗਾਂ ਦੇ ਨਾਲ ਬੈਠੇ ਨੇ ਜੁੜੇ। ਕੀ ਲੱਗ ਰਿਹਾ ਹੈ ਸਰਕਾਰ ਨਿਹੰਗ ਸਿੰਘਾਂ ਤੋਂ ਡਰ ਰਹੀ ਹੈ? ਪਰਮੇਸ਼ਰ ਦੇ ਬਾਣੇ ਤੋਂ ਡਰਦੀ ਆ ਜੀ। ਗੁਰੂ ਦਾ ਪ੍ਰਕਾਸ਼ ਆ ਨਾ, ਆਦਿ ਦਰਬਾਰ, ਸਰਬਲੋਕ ਦਰਬਾਰ, ਦਸਵੇਂ ਦਰਬਾਰ, ਬਾਣੀ ਦਾ ਪ੍ਰਤਾਪ ਹੈ ਜੀ। ਸਿੰਘਾਂ ਦਾ ਪ੍ਰਤਾਪ, ਭਜਨ ਕਰਦੇ ਆ, ਘੋੜਿਆਂ ਦਾ ਪ੍ਰਤਾਪ ਹੈ ਜੀ। ਲੋ ਲੰਗਰ ਪੱਕਦੇ ਆ ਮਾਤਾ ਸਾਹਿਬ ਦੇ ਉਹਨਾਂ ਦਾ ਪ੍ਰਤਾਪ ਹੈ। ਲੋਕਾਂ ਲਈ ਬਹੁਤ ਵੱਡਾ ਮੋਰਚਾ ਆਊਗਾ। ਅਸੀਂ ਸਾਡੇ ਲਈ ਨਹੀਂ, ਸਾਨੂੰ ਤਾਂ ਇਹ ਹੁੰਦਾ ਵੀ ਇਹਦਾ ਪਤਾ ਨਹੀਂ ਗੱਲਾਂ 'ਚੋਂ ਗੱਲ ਨਹੀਂ, ਦੋ ਜਾਣੇ ਬਹਿ ਕੇ ਨਿਬੇੜ ਦੇਣ ਸਾਰੀ ਗੱਲ। ਇਹ ਗੱਲ ਇੱਦਾਂ ਵੀ ਗੁਰਮਤਿ ਦੇ ਨਾਲ ਬੈਠਣਾ ਪਊਗਾ, ਬੈਂਚ 'ਤੇ ਬਹਿ ਕੇ ਨਿਬੜੂਗਾ। ਇਹ ਹੈ ਨਹੀਂ ਨਿਬੜਦਾ। ਇਹ ਤਾਂ ਹੁਣ ਇਹ ਦੇਖੋ ਸਰਕਾਰ ਬਣਾਉਣ ਨੂੰ ਫਿਰਦਾ, ਉਹ ਕਹਿੰਦਾ ਮੇਰੀ ਬਣ ਜੇ, ਲੈਣਾ ਤਾਂ ਮਹਾਰਾਜ ਦਾ ਸਹਾਰਾ ਇਹਨਾਂ ਨੇ ਜੀ। ਉਰੇ ਵੀ ਹੁਣ ਸਰਕਾਰ ਦਾ ਹੀ ਕੰਮ ਆ ਉਰੇ, ਜਿਹੜਾ ਬੇਅਦਬੀ ਕਰਾ ਰਹੀ ਹੈ ਸਰਕਾਰ। ਪੰਜਾਬ 'ਚ ਕਰਾਈ, ਉਹ ਹੁਣ ਦਿੱਲੀ 'ਚ ਆ ਗਿਆ, ਦਿੱਲੀ ਪਹੁੰਚ ਗਈ ਸਰਕਾਰ। ਇਹ ਇਹਨਾਂ ਦੀ ਇਹ ਪਿੰਕੀ ਆਪਦੇ ਆਪ ਨੂੰ ਕਰਦਾ ਕਰੇ, ਪਰ ਸਾਡੇ ਨਾਲ ਆ ਬਚਨ ਕਲੀਅਰ ਹੋਇਆ। ਅਸੀਂ ਸੰਸਾਰ ਨੂੰ ਸਵੇਰੇ ਕਲੀਅਰ ਕੀਤਾ ਪੁੱਤ ਸਾਰਾ ਜੀ। ਇੰਨਾ ਧਿਆਨ ਰੱਖਿਓ ਵੀ ਫੋਟੋ ਛੋਟੇ ਮੰਤਰੀ ਨਾਲ ਪਾਈ ਆ, ਵੱਡੇ ਨਾਲ ਪਾਉਣੀ ਸੀ ਜੀ।
ਠੀਕ ਹੈ ਨਾ। ਹਾਲੇ ਇਹਨਾਂ ਦਾ ਸਾਨੂੰ ਕੋਈ ਡਰ ਨਹੀਂ, ਸਾਡਾ ਮੰਤਰੀ ਤਾਂ ਉੱਤੇ ਬੈਠਾ ਮਹਾਰਾਜ ਜੀ, ਉਹਨਾਂ ਤੋਂ ਡਰਨਾ। ਕਿਸਾਨ ਅੰਦੋਲਨ ਨੌਜਵਾਨਾਂ ਨੂੰ ਸਾਡੀ ਖਾਸ ਕਰਕੇ ਵੀ ਤੁਸੀਂ ਨੌਜਵਾਨੋ ਪੜ੍ਹੇ ਲਿਖੇ ਹੋ, ਸੰਸਾਰ ਨੂੰ ਸਮਝਣ ਵਾਲੇ ਹੋ, ਫੇਸਬੁੱਕ ਵਟਸਐਪ ਵਗੈਰਾ ਸਾਰਾ ਚਲਾਉਂਦੇ ਹੋ, ਇਸ ਅੰਦੋਲਨ ਨੂੰ ਕਾਨੂੰਨੀ ਤਰੀਕੇ ਦੇ ਨਾਲ ਬਜ਼ੁਰਗਾਂ ਨਾਲ ਲਾ ਕੇ ਸਾਰਿਆਂ ਨਾਲ ਲੀਡਰਾਂ ਨਾਲ ਲੜਾਈ ਤਾਂ ਲੜਨੀ ਹੀ ਪਊਗੀ। ਜੀ, ਕਿਸੇ ਨੂੰ ਇੱਕ ਦੂਜੇ ਨੂੰ ਮਾੜਾ ਕਹਿ ਕੇ ਨੁਕਸਾਨ ਪੰਜਾਬ ਦਾ ਮੂਹਰੇ ਪੰਜਾਬ ਲੱਗਿਆ ਹੋਇਆ ਹੈ। ਜੀ, ਪੰਜਾਬ ਦੀ ਹੁਣ ਹੋਣ ਦੀ ਲੜਾਈ ਹੈ, ਬਿਲ ਬੁਲਾਂ ਤਾਂ ਛੋਟੀ ਮੋਟੀ ਹੀ ਰਹਿ ਗਈ। ਇਹਦੇ ਸਾਰੇ ਪੂਰੇ ਵਰਲਡ ਦੀ ਇਹਦੀ ਅੱਖ ਹੈ ਅੰਦੋਲਨ ਤੇ। ਇਹ ਹੁਣ ਬਦਨਾਮ ਵੀ ਕਰਨਾ ਸਰਕਾਰ ਨੇ, ਇੱਥੇ ਨਿਹੰਗਾਂ ਸਿੰਘਾਂ ਤੇ ਵੀ ਨਿਯਾਮ ਲੱਗਣੇ, ਬੜੇ ਬੜੇ ਲੱਗਣੇ ਆ। ਪਰ ਲੀਡਰ ਸਾਡੇ ਮਤਭੇਦ ਲੱਖੇ ਹੁਣੀ ਭਾਵੇਂ ਦੀਪ ਸਿੱਧੂ ਵਰਗੇ ਮੁੰਡੇ ਨੇ, ਜਿੰਨੇ ਵੀ ਨੌਜਵਾਨ ਨੇ ਜਿਹੜੇ ਅੰਦੋਲਨ ਨੂੰ ਪ੍ਰੇਮ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਸਾਰਿਆਂ ਤੇ ਨਿਯਾਮ ਲਾਗੇ, ਸਤਿਗੁਰਾਂ ਦੇ ਪਾਵਨ ਸਰੂਪ 'ਚ ਆ ਕੇ ਬੇਨਤੀ ਕਰਕੇ ਇਕੱਠੇ ਹੋ ਕੇ ਇਹਨਾਂ ਨੂੰ ਸਰਕਾਰ ਨੂੰ ਅਗਲਾ ਠੋਕ ਕੇ ਜਵਾਬ ਦਈਏ। ਕੀ ਲੱਗ ਰਿਹਾ ਸਰਕਾਰ ਪਾੜ ਕੇ ਪਹਿਲਾਂ ਵੀ ਰਾਜ ਕਰਦੀ ਰਹੀ ਹੈ ਤੇ ਹੁਣ ਵੀ ਇੱਥੇ ਦੇਖ ਰਹੀ ਹੈ ਵੀ ਜੇ ਇਹਨਾਂ ਨੂੰ ਪਾੜ ਦਈਏ ਤਾਂ ਸਾਡਾ ਜਿਹੜਾ ਸਿੱਕਾ ਹੈ ਉਹ ਜੰਮ ਸਕਦਾ ਹੈ? ਦੇਖੋ ਸਾਡਾ ਤੇ ਪਿੱਛੋਂ ਇਤਿਹਾਸ ਵੇਖ ਲਓ ਜੀ, ਅਸੀਂ ਭੱਜ ਨਹੀਂ ਸਕਦੇ। ਜੀ, ਕਰਨਾ ਮਹਾਰਾਜ ਨੇ ਸਭ ਕੁਛ, ਪਰ ਅਸੀਂ ਭੱਜ ਨਹੀਂ ਸਕਦੇ। ਭਾਵੇਂ ਫੋਟੋ ਤੋਮਰ ਮੰਤਰੀ ਨਾ ਪਾਉਣ, ਭਾਵੇਂ ਮੋਦੀ ਨਾ ਪਾਉਣ, ਪਹਿਲਾਂ ਹਿਸਾਬ ਦੇਣ, ਕਲੀਅਰ ਕਰੇ। ਅੱਜ ਫੌਜ ਹੋਵੇ ਨਾਲ, ਅਸੀਂ ਸਿੰਘ ਥੋੜਾ ਸੀ ਅੰਦਰ ਜਾਣੇ ਦੇਣੇ ਸੀ। ਜੀ, ਤਕਰੀਬਨ ਗੁਰੂ ਸਾਹਿਬ ਦੇ ਕਿੰਨੇ ਦਿਨ ਹੋ ਗਏ ਕਾਰਜ ਹੋਏ ਨੂੰ, ਜੀ, ਫੌਜ ਆਈ ਨਹੀਂ, ਡਰਦੇ ਹੀ ਨਹੀਂ ਆਈ ਵੀ ਕਿਤੇ ਸਾਡਾ ਨਾਂ ਨਾ ਪੈ ਜੇ। ਜੀ, ਪੁੱਛੋ ਨਾ ਕਿ ਫੋਨ ਤਾਂ ਸਾਰੀ ਫੌਜ ਕਰਦੀ ਆ। ਉਹ ਖਾਲਸਾ ਰੂਪ ਹੈ ਮਹਾਰਾਜ ਦਾ ਖਾਸ ਬਾਣਾ, ਤਾਂ ਤੁਸੀਂ ਵੀ ਸਤਿਗੁਰਾਂ ਦਾ ਪਾਇਆ, ਅਸੀਂ ਵੀ ਪਾਇਆ। ਅਸੀਂ ਤਾਂ ਫਿਰ ਵੀ ਇੱਥੇ ਮਹਾਰਾਜ ਦੀ ਤਾਬਿਆ 'ਚ ਬੈਠੇ ਹਾਂ, ਪਰ ਅਸੀਂ ਕਹਿੰਦੇ ਵੀ ਫੌਜ ਦਾ ਫੌਜ ਹੀ ਆ ਸਾਰੀ। ਜੇ ਫੌਜ ਇਕੱਤਰ ਕਰ ਲੈਂਦੀ ਤਾਂ ਥੋੜਾ ਸੀ ਵੀ ਅਸੀਂ ਐਡੇ ਐਡੇ ਯੋਧਿਆਂ ਸੂਰਮਿਆਂ ਨੂੰ ਚੱਲ ਜਾਂਦੇ। ਸਾਨੂੰ ਨਿਆਂ ਦਿੱਤਾ ਕਦੋਂ? ਉਹ ਵੇਖੋ ਹਵਾਰੇ ਵਰਗੇ, ਉਹ ਭਾਈ ਹਵਾਰਾ ਜਿਹੜਾ ਮੁੰਡਾ ਉਹ ਵੀ ਅੰਦਰ ਬੈਠਾ ਜਥੇਦਾਰ, ਉਹਦੀ ਸਜ਼ਾ ਪੂਰੀ, ਉਹਦਾ ਕੀ ਕਸੂਰ ਆ ਬਈ? ਉਹਨੇ ਤਾਂ ਕੋਈ ਉਹਨੇ ਤਾਂ ਕਿਸੇ ਨੂੰ ਮਾਰਿਆ ਨਹੀਂ ਇੱਥੇ। ਹੁਣ ਮਾਰਿਆ ਤੇ ਸਜ਼ਾ ਪੂਰੀ ਉਹਨੂੰ ਛੱਡੋ। ਐ ਨਹੀਂ ਹੁੰਦਾ, ਕਾਨੂੰਨ ਸਾਰਿਆਂ ਲਈ ਇੱਕ ਕਰੋ। ਜਦੋਂ ਤਾਂ ਦੇਸ਼ ਤੇ ਕੋਈ ਭੀੜ ਪੈਂਦੀ ਹੈ ਉਦੋਂ ਤਾਂ ਸਿੱਖਾਂ ਨੇ ਮੂਹਰੇ, ਜਦੋਂ ਕੋਈ ਲੋਕ ਹੁੰਦਾ ਹੈ ਉਦੋਂ ਇਹ ਨੇ ਮੂਹਰੇ। ਇਹ ਗੱਲ ਨਹੀਂ ਹੋਊਗੀ। ਜਿਹੜੇ ਫਿਰ ਤੇਗਾ ਮਾਰਨਗੇ ਤੇ ਰਾਜ ਵੀ ਉਹ ਕਰਨਗੇ। ਇਹ ਨਹੀਂ ਹੈਗਾ ਵੀ ਜਿਹੜੇ ਬਾਰਡਰ ਸਾਹਮਣੇ ਬੈਠੇ ਨੇ ਉਹ ਸਾਰੇ ਅੰਦੋਲਨ ਤੇ ਜੁੜੇ ਹੋਏ ਨੇ। ਧਿਆਨ ਰੱਖਣ ਲੈਣ ਸਰਕਾਰ ਵਾਲੇ ਵੀ ਜਿੰਨੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਨੇ, ਭਾਵੇਂ ਉਹ ਮਿਲਟਰੀ 'ਚ ਨੇ, ਭਾਵੇਂ ਉਹ CRP 'ਚ ਨੇ, ਭਾਵੇਂ ਕਿਸੇ ਵੀ ਮਹਿਕਮੇ 'ਚ ਨੇ, ਸਾਰੇ ਇੱਕੋ ਜਿਹੇ ਨਹੀਂ ਹੈਗੇ। ਸਾਰੇ ਸੱਚੇ ਹੁੰਦੇ ਆ, ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਸੱਚੇ ਝੂਠੇ ਸਾਰੇ ਹੁੰਦੇ ਆ। ਪਰ ਅੰਦੋਲਨ ਨੂੰ ਖਰਾਬ ਕਰਨ ਦੀ ਸਰਕਾਰ ਦੀ ਬਹੁਤ ਵੱਡੀ ਚਾਲ ਹੈ ਇਹ ਤੇ ਕਿਸਾਨ ਲੀਡਰ ਸਾਡਾ ਸਾਥ ਦੇਣ, ਨਿਹੰਗ ਸਿੰਘ ਫੌਜਾਂ ਸਾਥ ਦੇਣ, ਜਿਹੜਾ ਇਹ ਆਪਾਂ 19 ਜਣਿਆਂ ਨੂੰ ਕਲੀਅਰ ਕਰ ਲਈਏ ਹੁਣ। ਜੀ, ਜੇ ਦੇਖਿਆ ਜਾਵੇ ਪਿੰਕੀ ਵੱਲੋਂ ਕਿਹਾ ਜਾਂਦਾ ਕਿ 5 ਅਗਸਤ ਦੀ ਇਹ ਘਟਨਾ ਹੈ ਜਦੋਂ ਅਸੀਂ ਦਿੱਲੀ ਗਏ ਮਿਲੇ ਹਾਂ। 5 ਅਗਸਤ ਕਿਹਾ ਜਾਂਦਾ ਉਹਦੇ ਵੱਲੋਂ। 5 ਅਗਸਤ ਨੂੰ ਕਹਿ ਰਿਹਾ ਉਹ ਅਸੀਂ ਦਿੱਲੀ ਗਏ ਤੇ 5 ਅਗਸਤ ਤੋਂ ਬਾਅਦ ਅੱਜ ਇਹ ਫੋਟੋਆਂ ਵਾਇਰਲ ਹੁੰਦੀਆਂ ਨੇ। ਜਦੋਂ ਇੱਥੇ ਇਹ ਕੰਮ ਹੁੰਦਾ ਹੈ ਜਾਂ ਲਖੀਮਪੁਰ ਖੀਰੀ ਦਾ ਕਾਂਡ ਵਾਪਰਦਾ ਹੈ ਉਦੋਂ ਇਹ ਫੋਟੋਆਂ ਵਾਇਰਲ ਹੁੰਦੀਆਂ ਨੇ, ਉਦੋਂ ਸਿਆਸਤ ਖੇਡੀ ਜਾਂਦੀ ਹੈ। ਕੀ ਲੱਗਦਾ ਹੈ ਤੁਹਾਨੂੰ ਕਿ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਕਿ ਸਿਆਸਤ ਖੇਡੀ ਜਾ ਰਹੀ ਹੈ? ਉਹ ਪਿੰਕੀ ਦੇਖੋ, ਅਸੀਂ ਇਹ ਨਹੀਂ ਗੱਲ, ਪਿੰਕੀ ਨੂੰ ਪੁੱਛ ਲਓ ਨਾ। ਜੇ ਪਿੰਕੀ ਕਹਿ ਰਿਹਾ ਪਿੰਕੀ ਨੂੰ ਪੁੱਛ ਲਓ। ਹਾਂ, ਪਿੰਕੀ ਨੂੰ ਪੁੱਛਿਆ, ਉਹ ਕਹਿੰਦਾ 5 ਅਗਸਤ ਨੂੰ ਅਸੀਂ ਗਏ ਹਾਂ। ਤੇ ਉਹਨੂੰ ਪੁੱਛ ਲਓ ਵੀ ਕੀ ਗਿਆ ਬਾਬਿਆਂ ਨੂੰ, ਉਹਨੂੰ ਕਿਹੜਾ ਨਹੀਂ ਪਤਾ? ਸਾਰੇ ਮੈਨੂੰ ਤਾਂ ਪਤਾ ਨਹੀਂ, ਮੈਂ ਉੱਥੋਂ ਚਲਿਆ ਗਿਆ ਸੀਗਾ, ਇਦਾਂ ਕਹਿ ਰਿਹਾ ਉਹ। ਉਹਨੂੰ ਕਹੇ ਸਤਿਗੁਰਾਂ ਨੂੰ ਜਾਣ ਦੇਣੀ ਆ, ਅਸੀਂ ਵੀ ਦੇਣੀ ਆ, ਉਹਨੇ ਵੀ ਦੇਣ ਵਾਲੇ, ਉਹਨੂੰ ਪਤਾ ਹੈ ਜੀ, ਉਹਨੂੰ ਪਤਾ ਹੈ ਜੀ, ਉਹਨੂੰ ਪਤਾ ਸਾਰਾ ਜੀ। ਇਸ ਕਰਕੇ ਇਹ ਨਹੀਂ ਮੁੱਕਰਨਾ ਨਹੀਂ ਚਾਹੀਦਾ, ਪਰ ਇੰਨਾ ਧਿਆਨ ਰੱਖੋ ਅਸੀਂ ਅੰਦੋਲਨ 'ਚੋਂ ਨਹੀਂ ਜਾ ਸਕਦੇ ਜੀ। ਇਹ ਸਾਡਾ ਇਤਿਹਾਸ ਹੀ ਨਹੀਂ ਹੈਗਾ। ਜਦੋਂ ਬਾਬਾ ਜੀ ਤੁਸੀਂ ਮੁਲਾਕਾਤ ਕਰਨ ਗਏ ਹੋ ਤੇ ਤੁਸੀਂ ਕਹਿ ਰਹੇ ਹੋ ਜਥੇ ਦੇ ਜਿਹੜੇ 10 ਜਾਂ 11 ਸਿੰਘ ਲੈ ਕੇ ਗਏ ਹੋ ਨਾਲ, ਤੇ ਹੋਰ ਵੀ ਇੱਥੇ ਕਿਸੇ ਨੂੰ ਪਤਾ ਸੀਗਾ ਬਈ ਤੁਸੀਂ ਇਹ ਨਰਿੰਦਰ ਤੋਮਰ ਨਾਲ ਮੁਲਾਕਾਤ ਕਰ ਰਹੇ? ਅਸੀਂ ਪ੍ਰਸ਼ਾਦਾ ਛਕਾਇਆ ਉਹਨਾਂ ਨੇ ਸਾਨੂੰ। ਅਸੀਂ ਪਤਾ ਕੀ ਗੱਲ ਹੈ, ਉਹ ਜਿੱਥੋਂ ਹੁਣ ਤੁਸੀਂ ਅਸੀਂ ਤੁਹਾਡੇ ਘਰ ਜਾਵਾਂਗੇ ਜੀ, ਤੁਸੀਂ ਸਾਨੂੰ ਜਾਇਆ ਨੂੰ ਕੋਈ ਬਾਬਾ ਜੀ ਪਹਿਲਾਂ ਪ੍ਰਸ਼ਾਦਾ ਛਕੋ, ਜਲ ਪਾਣੀ ਛਕੋ। ਹੁਣ ਸਾਨੂੰ ਵੀ ਪਤਾ ਕਿਹਦਾ ਘਰ ਹੈ ਜੀ, ਇੰਨਾ ਨਹੀਂ ਅਸੀਂ ਖਿਆਲ ਕਰਦੇ। ਸਾਨੂੰ ਇੰਨਾ ਪਤਾ ਵੀ ਦਫ਼ਤਰ ਗਏ ਅਸੀਂ ਉੱਥੇ, ਸਾਨੂੰ ਦੱਸਿਆ ਕਹਿੰਦੇ ਬਾਬਾ ਜੀ ਆਹ ਫੋਨ ਹੈ, ਇਹ ਰਾਸ਼ਟਰਪਤੀ ਦਾ ਸਾਰਾ ਕਲੀਅਰ ਕਰਨਾ। ਚਿੱਠੀਆਂ ਲੱਗੀਆਂ, ਉਹਨੂੰ ਵੀ ਪਤਾ ਹੈ ਜੀ ਇਹ ਲੜਾਈ ਦਾ, ਉਹਨੂੰ ਵੀ ਪਤਾ ਹੈ, ਉਹਨੂੰ ਸਾਰਾ ਦੱਸਿਆ ਹੋਇਆ ਸਾਡਾ, ਪਿੰਕੀ ਨੂੰ ਪਤਾ ਸਾਰੀ ਗੱਲ ਦਾ ਜੀ। ਇਸ ਕਰਕੇ ਇਹ ਗੱਲ ਨਹੀਂ ਹੈਗੀ, ਸੱਚੋ ਸੱਚ ਹੀ ਨਿਬੜੂਗਾ, ਅੰਦੋਲਨ ਨਹੀਂ ਛੱਡ ਸਕਦੇ। ਫੋਟੋ ਕਲੀਅਰ ਕਰਦੇ ਕਿਹਨੇ ਵਾਇਰਲ ਕੀਤੀ ਆ ਜੀ। ਅਸੀਂ ਪਿੰਕੀ ਨੂੰ ਗਏ, ਮੈਂ ਕਿਹਾ ਉਹ ਫੋਟੋਆਂ ਦਾ ਭੇਜ ਦੇ ਫੌਜ ਦੀਆਂ, ਕਹਿੰਦਾ ਬਾਬਾ ਜੀ ਹੈ ਨਹੀਂ ਮੇਰੇ ਕੋਲੇ ਜੀ। ਫਿਰ ਇੱਕ ਹੈਰੀ ਆ ਮੁੰਡਾ, ਉਹਨੂੰ ਵੀ ਗਈ, ਮੈਂ ਕਿਹਾ ਸਾਦਾ ਫੋਟੋਆਂ ਭੇਜ ਦੇ ਭਾਈ, ਕਹਿੰਦਾ ਬਾਬਾ ਜੀ ਪਤਾ ਨਹੀਂ ਕੀ ਫੋਨ ਨੂੰ ਕੁਝ ਹੋ ਗਿਆ, ਆਹ ਗੱਲ ਕਹਿੰਦਾ ਸੀ ਹੈਰੀ ਸਾਨੂੰ ਜੀ।
ਦੇਖੋ ਹੈਰੀ ਨੂੰ ਘੋੜਾ ਲੈ ਕੇ ਗਿਆ, ਹੈਰੀ ਆਇਆ ਦਲ 'ਚ ਘੋੜਾ ਲੈ ਗਿਆ, ਇਦਾਂ ਦੀ ਕਿਸੇ ਨਾਲ ਕੋਈ ਗੱਲ ਹੈਰੀ ਨਹੀਂ। ਕੌਣ ਹੈ ਜੀ, ਕਿੱਥੋਂ ਦਾ ਇਹ ਮੁੰਡਾ ਉੱਥੇ ਘੋੜਾ ਲੈ ਕੇ ਗਿਆ ਸੀ ਦਲ 'ਚੋਂ ਜੀ। ਠੀਕ ਹੈ ਨਾ, ਇਸ ਕਰਕੇ ਵੀ ਭਾਈ ਇਹ ਗੱਲ ਨਹੀਂ ਹੈਗੀ, ਕਲੀਅਰ ਕਰੇ ਸੰਸਾਰ ਸਾਨੂੰ ਜੀ ਵੀ ਇਹ ਕਿਹਨੇ ਭੇਜਿਆ, ਸਾਡੇ ਸਾਰਾ ਸੰਯੋਗ ਦੇਣ, ਇਹਨੂੰ ਕਲੀਅਰ ਕਰਨ ਜੀ। ਪਰ ਬਾਬਾ ਜੀ ਜਿਹੜੀ ਮੇਨ ਮੁੱਦਾ ਅੱਜ ਉੱਠ ਰਿਹਾ ਸੋਸ਼ਲ ਮੀਡੀਆ ਤੇ, ਜੋ ਲੋਕ ਇਹ ਗੱਲਾਂ ਕਹਿ ਰਹੇ ਨੇ ਕਿ ਜਿਹੜੀ ਗੱਲ ਆ ਸਾਰੀ ਸਾਹਮਣੇ ਆ ਗਈ, ਕਿਤੇ ਨਾ ਕਿਤੇ ਦਾਲ ਚ ਕਾਲਾ ਏ, ਨਿਹੰਗ ਸਿੰਘ ਜਥੇਬੰਦੀਆਂ ਰਲੀਆਂ ਵੀ ਨੇ, ਇਦਾਂ ਦੇ ਵਿਚਾਰ ਹੋ ਰਹੇ ਨੇ, ਉਹਨਾਂ ਨੂੰ ਕਿਵੇਂ ਦੂਰ ਕਰਾਂਗੇ ਅਸੀਂ? ਕੀ ਲੱਗ ਰਿਹਾ ਏ, ਕਦੋਂ ਤੱਕ ਇਹ ਜਿਹੜੇ ਸਾਰੇ ਗੱਲਾਂ ਨੇ ਸਾਹਮਣੇ ਆ ਜਾਣਗੀਆਂ? ਜਿਹੜੇ ਗੁਰੂ ਦੇ ਨਹੀਂ ਹੋਏ ਉਹਨਾਂ ਨੂੰ ਅਸੀਂ ਕੀ ਕਹੀਏ ਹੁਣ? ਜਿਹੜੇ ਗੁਰੂ ਦੀ ਨਹੀਂ ਹੋਏ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ? ਉਹ ਗੁਰੂ ਨੂੰ ਬੇਨਤੀ ਅਰਦਾਸ ਕਰਨਾ, ਜਦੋਂ ਕੋਈ ਮਾੜੇ ਦਾ ਫਲ ਮਾੜਾ ਮਿਲਦਾ ਨਾ, ਚੰਗੇ ਦਾ ਚੰਗਾ ਮਿਲੂ। ਫਿਰ ਕਿਉਂ ਰੌਲਾ ਪਾਇਆ? ਜੇ ਮਾੜਾ ਕਰਾਂਗੇ ਫਲ ਇਹ ਜਿਹਾ ਇੱਥੇ ਭੁਗਤ ਲਾਂਗੇ, ਜੇ ਚੰਗਾ ਕਰਾਂਗੇ ਤਾਂ ਸੰਸਾਰ ਖੜ ਕੇ ਵੇਖੂਗਾ। ਫਿਰ ਭਾਵੇਂ ਤੋਮਰ ਨਾਲ ਫੋਟੋਆਂ ਪਾਈ ਜਾਵੇ, ਭਾਵੇਂ ਬੀਜੇਪੀ ਨਾਲ ਪਾਈ ਆ, ਜਿਹਨੇ ਮਰਜ਼ੀ ਪਾਈ ਜਾਣ, ਇਹ ਚੀਜ਼ਾਂ ਬਾਰੇ ਨਹੀਂ ਸੋਚਣਾ ਚਾਹੀਦਾ ਇਨਸਾਨ ਨੂੰ। ਇਹ ਤਾਂ ਬਹੁਤ ਛੋਟੀਆਂ ਮੋਟੀਆਂ ਗੱਲਾਂ ਰਹਿ ਗਈਆਂ ਫੋਟੋਆਂ ਦਾ। ਲਦੋਲਨ ਲੜੋ ਬਸ, ਅਸੀਂ ਇਹ ਕਹਿੰਦੇ ਤਿਆਰ ਹੋ ਕੇ ਲਦੋਲਨ ਲੜੋ। ਜੇ ਅਸੀਂ ਬੀਜੇਪੀ ਨਾਲ ਅਸੀਂ ਚੱਲ ਜਾਂਦੇ, ਸਾਨੂੰ ਸਮਾਂ ਦੇ ਦਿਓ, ਅਸੀਂ ਪਰਾਂ ਚੱਲ ਜਾਂਦੇ, ਤੁਸੀਂ ਲਦੋਲਨ ਤਾਂ ਲੜੋ ਨਾ। ਜੇ ਅਸੀਂ ਇਸ ਲਦੋਲਨ ਨੂੰ ਬਦਨਾਮ ਕਰਦੇ, ਸਾਨੂੰ ਦੱਸੋ, ਅਸੀਂ ਚੱਲ ਜੰਨੇ ਆ, ਪਰ ਸਾਡਾ ਸਾਥ ਤਾਂ ਦਿਓ ਨਾ। ਅਸੀਂ ਲੜਾਈ ਲੜਦੇ ਹਾਂ ਤੁਹਾਡੇ ਨਾਲ। ਕਿਸਾਨ ਜਿਹੜੀ ਲੜਾਈ ਲੜ ਰਿਹਾ, 31 ਲੀਡਰਾਂ ਨੂੰ ਨਿਹੰਗਾਂ ਸਿੰਘਾਂ ਦੇ ਨਾਲ ਹੋ ਕੇ ਲੜਾਈ ਲੜਨੀ ਪਊਗੀ। ਜੇ ਅੱਜ ਫੌਜ ਇੱਥੋਂ ਚੱਲ ਜੂਗੀ ਤਾਂ ਫਿਰ ਕੱਲ੍ਹ ਨੂੰ ਲੋਕ ਕਹਿਣਗੇ ਵੀ ਸਰਕਾਰਾਂ ਨੇ ਖਰੀਦੇ ਹੋਏ ਸੀ ਤਾਂ ਹੀ ਚੱਲ ਗਏ ਲਦੋਲਨ ਛੱਡ ਕੇ। ਜਿਹੜੇ ਬਾਹਰ ਬੈਠੇ ਆ, ਜਿਹੜੇ ਸਵੇਰੇ ਸ਼ਾਮ ਅਰਦਾਸਾਂ ਕਰਦੇ ਆ, ਜਿਹੜੇ ਮਹਾਰਾਜ ਦੇ ਸਤਿਗੁਰਾਂ ਚਰਨਾਂ 'ਚ ਅਰਦਾਸਾਂ ਕਰਦੇ ਆ, ਜਿਹੜੇ ਲਦੋਲਨ ਤੇ ਆਸਾਂ ਰੱਖੀ ਬੈਠੇ ਨੇ, ਉਹ ਬੀਜੇਪੀ ਵਾਲੇ ਭਜਾ ਦੇਣਗੇ, ਤੋਮਰ ਦੀ ਫੋਟੋ ਭਜਾ ਦੂਗੀ। ਉਹਦਾ ਸਮਾਂ ਦੱਸੂ ਪੁੱਤਰਾ ਜੀ। ਹਾਂ, ਤੁਸੀਂ ਇੱਕ ਗੱਲ ਕਹੀ ਸੀਗੀ ਸਵੇਰੇ ਇੱਕ ਚੈਨਲ ਤੇ ਕਿ ਅਸੀਂ ਬਾਬਾ ਜਿਹੜੇ ਗੁਰਨਾਮ ਸਿੰਘ ਨੇ, ਬਾਪੂ ਗੁਰਨਾਮ ਸਿੰਘ ਜੀ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ, ਚਿੱਠੀਆਂ ਭੇਜੀਆਂ ਗਈਆਂ ਨੇ, ਜੋ ਵੀ ਗੱਲ ਹੋਈ ਹੈ ਤੁਸੀਂ ਬਾਪੂ ਜੀ ਨੂੰ ਪਤਾ? ਹਾਂ, ਬਾਪੂ ਜੀ ਤੁਸੀਂ ਕਲੀਅਰ ਕਰ ਲਓ। ਹਾਂ, ਅਸੀਂ ਚਮਕੌਰ ਸਾਹਿਬ, ਸਾਡੀ ਟੀਮ ਗਈ ਆ, ਉਹਨਾਂ ਨੇ ਕਹਿਤਾ ਕਿ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਤੁਸੀਂ ਅਮਨ ਨਾਲ ਗੱਲ ਕਰੋ। ਸਾਡੀ ਟੀਮ ਸਵੇਰੇ ਗਈ ਸੀ। ਇੱਦਾਂ ਤੁਸੀਂ ਬਾਪੂ ਜੀ ਸਾਡੇ ਨਾਲ ਕਲੀਅਰ ਕਰ ਦੇਣਗੇ, ਕੋਈ ਗੱਲ ਨਹੀਂ ਜੀ, ਸਾਰਾ ਕਲੀਅਰ ਕਰ ਦੇਣਗੇ। ਜਿਹੜੀਆਂ ਚਿੱਠੀਆਂ ਲੱਗੀਆਂ ਨੇ ਸਾਰਾ ਕਲੀਅਰ ਕਰ ਦੇ, ਕੋਈ ਗੱਲ ਨਹੀਂ, ਸਮਾਂ ਹੁੰਦਾ ਜੀ। ਜੇ ਬਾਬਾ ਜੀ ਦੇਖਿਆ ਬਾਈ, ਅਸੀਂ ਲੜ ਰਹੇ ਨਾ ਚਿੱਠੀਆਂ ਤੇ ਵੇਖੋ। ਹਾਂਜੀ ਚਿੱਠੀਆਂ ਨਹੀਂ, ਉਹ ਗੱਲ ਨਹੀਂ, ਤੁਸੀਂ ਬਾਪੂ ਇਹਦਾ ਨਾਂ ਦੇਖੋ ਜੀ। ਇਸ ਕਾਰਵਾਈ ਦਾ ਅਸੀਂ ਪਤਾ ਕੀ ਗੱਲ, ਉਹ ਮੀਡੀਆ ਦਾ ਜਿਹੜਾ ਹੈਗਾ, ਮੀਡੀਆ ਤੋਂ ਲੋਕ ਡਰਦੇ ਆ ਜੀ। ਇਹ ਜਿੰਨੀ ਲੜਾਈ ਆ ਮੀਡੀਆ ਦੀ ਹੈ, ਨਹੀਂ ਲੋਕਾਂ ਘਰ 'ਚ ਬੈਠੇ ਨੇ, ਆਨੰਦ ਬੈਠੇ ਨੇ। ਆ ਫੋਟੋ ਕਿਹਦੀ ਹੈ ਜੀ? ਨਾ ਪੜੋ ਜੀ, ਬਾਪੂ ਜੀ ਦੀ ਹੈ। ਤੇ ਕੀ ਨਾਂ ਲਿਖਿਆ ਹੈ? ਪੜੋ, ਸੰਤਾ ਸਿੰਘ ਜੀ ਚਿੱਠੀ ਦੇ। ਬਾਪੂ ਜੀ ਦਾ ਦੇਖੋ, ਇਹ ਬਾਪੂ ਜੀ ਦੀ ਫੋਟੋ ਇਹਨਾਂ ਨੂੰ ਮਿਲ ਕੇ ਆਈ ਸੀ, ਟੀਮ ਗਈ ਸੀਗੀ ਸਾਡੇ। ਹੋਰ ਇਸ ਕਰਕੇ ਵੀ ਭਾਈ ਚਿੱਠੀਆਂ ਲੱਗੀਆਂ ਹੋਈਆਂ ਨੇ। ਉਹ ਪਤਾ ਬਾਪੂ ਕਹਿੰਦੇ ਸਮਾਂ ਲੱਗੂਗਾ, ਸਾਰਾ ਠੀਕ ਹੋ ਜਾਊਗਾ ਹੁਣ ਜੀ। ਜੇ ਬਾਬਾ ਜੀ ਦੇਖਿਆ ਜਾਵੇ, ਜਦੋਂ ਅੰਦੋਲਨ ਸ਼ੁਰੂ ਹੋਇਆ, ਨਿਹੰਗ ਸਿੰਘ ਜਥੇਬੰਦੀਆਂ ਇੱਥੇ ਆਈਆਂ ਨੇ, ਤਾਂ ਕਿਸਾਨ ਆਗੂ ਨੇ ਬਲਬੀਰ ਸਿੰਘ ਰਾਜੇਵਾਲ, ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਆਪਣੀਆਂ ਸੌਣੀਆਂ ਕਿਤੇ ਹੋਰ ਲਾ ਲੈਣ, ਇੱਥੋਂ ਚਲੇ ਜਾਣ, ਤੇ ਸੰਗਤਾਂ ਨੇ ਵਿਰੋਧ ਕੀਤਾ ਸੀਗਾ ਉਹਨਾਂ ਦਾ ਬਹੁਤ ਜ਼ਿਆਦਾ। ਪਰ ਅੱਜ ਉਹ ਸਵਾਲ ਫਿਰ ਉੱਠ ਰਿਹਾ ਹੈ ਕਿ ਉਦੋਂ ਬਲਬੀਰ ਸਿੰਘ ਜੀ ਜਿਹੜੇ ਸੀਗੇ ਉਹ ਠੀਕ ਸੀਗੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਪਤਾ ਕੀ ਗੱਲ ਹੈ, ਇਸ ਅੰਦੋਲਨ 'ਚੋਂ ਸਭ ਤੋਂ ਅੱਗੇ ਆ ਕੇ ਬੈਠੇ ਸੀ ਜੀ। ਇਸ ਕਰਕੇ ਬੈਠੇ ਸੀ ਵੀ ਸੱਚ ਤੇ ਝੂਠ ਦੀ ਲੜਾਈ ਹੈ ਜੀ। ਇਸ ਕਰਕੇ ਵੀ ਜਿਹੜੇ ਕਹਿੰਦੇ ਕੋਈ ਰੱਬ ਨਹੀਂ ਲੱਗੇ, ਕੋਈ ਅੰਤਰਜਾਮੀ ਨਹੀਂ ਹੈਗੇ, ਵੀ ਅਸੀਂ ਇਹਨਾਂ ਦੇ ਅੰਦੋਲਨ ਲੜਨਾ ਹੀ, ਲੜਾਈ ਲੜਦੇ ਹਾਂ, ਕਾਨੂੰਨੀ ਲੜਾਂਗੇ ਜੀ। ਉਹ ਤਾਂ ਕਲਮ ਦੱਸੂਗੀ ਪੁੱਤਰਾ, ਕੌਣ ਝੂਠਾ ਕੌਣ ਉਹ ਹੈ। ਇੱਥੇ ਤਾਂ ਬੈਠੇ ਆ ਨਾ, ਪੰਜਾਬ ਤਾਂ ਨਹੀਂ ਬੈਠੇ। ਜੇ ਕਿਸੇ ਨੇ ਰੁਪਈਏ ਦਿੱਤੇ ਨੇ, ਤੂੰ ਚੈੱਕ ਕਰਾ ਲਓ। ਜਿੱਥੇ 5-10 ਸੀਟਾਂ ਹੋਰ ਲੱਗੀਆਂ ਨੇ, ਉਹ ਹੋਰ ਲਵਾ ਲਓ ਏਜੰਸੀਆਂ। ਸਾਨੂੰ ਨਹੀਂ ਕੋਈ ਪਰਵਾਹ, ਫੋਨ ਤੇ ਲਵਾ ਲਓ, ਸਾਡਾ ਸੰਪਰਕ ਕਰ ਲਓ, ਲੱਭ ਲਓ ਸਾਡੇ ਪਰਿਵਾਰ, ਚੱਲ ਜਾਓ। ਐਦਾਂ ਨਹੀਂ, ਅਸੀਂ ਨਹੀਂ ਲੁਕਦੇ। ਜਦੋਂ ਪੱਲੀ ਕੁਛ ਨਹੀਂ, ਅਸੀਂ ਲੁਕਣਾ ਕਿਉਂ? ਸਤਿਗੁਰਾਂ ਦਾ ਗਰੀਬ ਗੁਰੂ ਗਰੀਬ ਦਾ ਹੈ, ਅਮੀਰ ਦਾ ਨਹੀਂ ਹੈਗਾ। ਜੇ ਅਸੀਂ ਹੱਥਾਂ 'ਚ ਵੇਖਿਆ ਨਾ, ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਆ ਨਾ, ਉਹ ਕਦੇ ਨਹੀਂ ਜਰ ਸਕਦੇ। ਜਿਨ੍ਹਾਂ ਨੂੰ ਗੁਰੂ ਦੇ ਪ੍ਰੇਮ ਦਾ ਹੀ ਨਹੀਂ ਪਤਾ ਹੈ, ਜਿਨ੍ਹਾਂ ਨੇ ਰੁਮਾਲਾ ਹੀ ਨਹੀਂ ਚੱਕਿਆ, ਉਹਨਾਂ ਦੀ ਅਸੀਂ ਪਰਵਾਹ ਨਹੀਂ ਕਰਦੇ। ਉਹ ਆਪਦੇ ਘਰਾਂ 'ਚ ਨੇ ਆਨੰਦਮਾਨ। ਸਿੱਖੀ ਉਹਨਾਂ ਦੀ ਹੈ ਜਿਹੜੇ ਸੀਸ ਦੇਣਗੇ। ਪਹਿਲਾਂ ਅਸੀਂ ਕਲੀਅਰ ਕਰਦੇ ਹਾਂ ਵੀ ਸਿੰਘਾ ਤਾਂ ਅਮਰ ਛਕੀ, ਕੋਈ ਧੱਕਾ ਤਾਂ ਨਹੀਂ, ਕੋਈ ਜ਼ੁਲਮ ਤਾਂ ਨਹੀਂ, ਕੋਈ ਘਰਦਿਆਂ ਦੀ ਮਜਬੂਰੀ ਤਾਂ ਨਹੀਂ। ਸੀਸ ਗੁਰੂ ਦਾ ਮੰਨਦਾ, ਅਮਰ ਤਾਂ ਛਕੀ ਜੇ ਗੁਰੂ ਦਾ ਮੰਨਦਾ। ਜੇ ਕਹਿੰਦਾ ਨਹੀਂ ਮੰਨਦਾ, ਫਿਰ ਉਹਨੂੰ ਪੁੱਛੀਦਾ ਵੀ ਦੱਸ ਭਾਈ ਕਿਹਦਾ। ਜੇ ਉਹ ਕਹਿੰਦਾ ਘਰਦਿਆਂ ਦਾ, ਫਿਰ ਅਸੀਂ ਉਹਨੂੰ ਕਲੀਅਰ ਕਰ ਦਈਦਾ ਵੀ ਭਾਈ ਇਹ ਤਾਂ ਛਕੀ ਜੇ ਗੁਰੂ ਨੂੰ ਦੇਣਾ। ਜੇ ਘਰਦਿਆਂ ਦਾ, ਫਿਰ ਆਪਣੇ ਘਰੇ ਜਾ, ਫਿਰ ਤੇਰਾ ਇੱਥੇ ਕੋਈ ਕੰਮ ਨਹੀਂ, ਤੇਰਾ ਘਰ ਹੀ ਕੰਮ ਹੈ। ਜੇ ਉਰੇ ਆਇਆ ਤਾਂ ਉਰੋਂ ਤਾਂ ਫਿਰ ਗਲੀ 'ਚ ਲੰਘਣਾ ਪਊਗਾ। ਇਹ ਕੰਡਿਆਂ ਦੀ ਸੇਜ ਹੈ, ਇਹ 'ਤੇ ਚੱਲਣਾ ਪਊਗਾ।
ਕੀ ਪਤਾ ਮੌਕੇ ਤੇ ਕਿੱਧਰੋਂ ਕੀ ਹੈ, ਫੌਜ ਤਿਆਰ ਪਰ ਤਿਆਰ ਰਹਿੰਦੀ ਹੈ, ਪਰ ਇਹਨਾਂ ਦੱਸਦਾ ਵੀ ਜਿਹਦੇ ਘਰੇ ਕੋਈ ਵੜੂਗਾ ਉਹ ਨਹੀਂ ਭਾਈ ਕਿਸੇ ਨੂੰ ਛੱਡਦਾ। ਇਹਨਾਂ ਨੂੰ ਗੁਰੂ ਦਿਖੇ ਨਾ ਦਿਖੇ, ਪਰ ਸਾਡਾ ਜੀਵਨ ਗੁਰੂ ਦੇ ਚਰਨਾਂ 'ਚ ਹੈ, ਸਾਨੂੰ ਹੁਕਮ ਹੀ ਉੱਥੋਂ ਮਿਲਦਾ ਹੈ। ਅਸੀਂ ਉਹਨਾਂ ਤੋਂ ਬਗੈਰ ਸਾਡਾ ਕੋਈ ਹੈ ਨਹੀਂ ਹੋਰ ਸੰਸਾਰ 'ਤੇ, ਉਹਨਾਂ ਦੇ ਨਾਲ ਹੀ ਸਾਡਾ ਸਾਰਾ ਸੰਸਾਰ ਉਹਨਾਂ ਨੇ ਉਹ ਪਾਇਆ ਜੀ। ਜਦੋਂ ਤੁਹਾਨੂੰ ਬਾਬਾ ਜੀ 10 ਲੱਖ ਰੁਪਏ ਦੇ ਲਾਲਚ ਦਿੱਤੇ ਗਏ ਨੇ, ਹੋਰ ਕਈ ਗੱਲਾਂ ਕਹੀਆਂ ਗਈਆਂ ਨੇ, ਰਾਜ ਭਾਗ ਦੀਆਂ ਵੀ ਗੱਲਾਂ ਤੁਸੀਂ ਕਿਹਾ ਸੀਗਾ ਵੀ ਸਾਨੂੰ ਬੜੇ ਲਾਲਚ ਦਿੱਤੇ ਸੀਗੇ, ਤੁਸੀਂ ਕੀ ਜਵਾਬ ਦਿੱਤਾ ਉਹਨਾਂ ਨੂੰ? ਨੌਕਰ ਮਾਲਕ ਜਿਹੜਾ ਮਾਲਕ ਹੁੰਦਾ ਨਾ, ਮਾਲਕ ਪੰਥ ਹੁੰਦਾ। ਹੁਣ ਅਸੀਂ ਲੜਾਈ ਉਰੇ ਬੈਠੇ ਹਾਂ, ਭਾਵੇਂ 1.25 ਲੱਖ ਬੈਠੇ ਹਾਂ, ਪਰ ਸਾਨੂੰ ਇਹਨਾਂ ਪਤਾ ਬਾਣੀ ਸਾਰੀ ਜਿੰਨੀ ਫੌਜ ਬੈਠੀ ਆ ਪੰਜਾਬ 'ਚ ਉਹ ਸੱਚ ਝੂਠ ਦੀ ਹੈ। ਬਾਣੀ ਫੜਨ ਵਾਲੇ ਸਿੰਘ ਨੇ, ਉਹ ਸਾਰਿਆਂ ਨੂੰ ਪਤਾ ਹੈ, ਉਹਨਾਂ ਨੂੰ ਆਪ ਹੀ ਪਤਾ ਸੱਚ। ਜਦੋਂ ਸਾਡੇ ਨਾਲ ਤਾਂ ਸਾਰੀ ਫੌਜ ਹੈ ਜੀ। ਤੇ ਤੁਹਾਡਾ ਜਵਾਬ ਕੀ ਸੀਗਾ ਜੀ ਜਦੋਂ ਉਹਨਾਂ ਨੇ ਲਾਲਚ ਦਿੱਤਾ ਤੋਮਰ ਨੂੰ? ਉਹ ਤਾਂ ਕਹਿੰਦੇ ਮਰੇ ਹੋਏ ਘੋੜਿਆਂ ਦੇ ਪੈਸੇ ਹੀ ਦੇ ਦਾਂਗੇ। ਜਦੋਂ ਸਾਡੇ ਨਾਲ ਤਾਂ ਪੰਥ ਦੀ ਚਿੱਠੀ ਲੱਗੀ ਹੋਈ ਹੈ, ਉੱਥੇ ਬਾਬਾ ਬੁੱਢਾ ਜੀ ਦੇ ਵਰਨੇ ਜੀ, 6ਵੇਂ ਪਾਤਸ਼ਾਹ ਜੀ ਦੇ, ਵੀ ਇੱਥੇ ਪਲੇ ਪਲਾਏ ਭਚੰਗੀ ਆਉਣਗੇ, ਪਲੇ ਪਲਾਏ ਘੋੜੇ ਆਉਣਗੇ। ਸਰਕਾਰ ਸਾਡਾ ਕੀ ਕਰੂ? ਸਰਕਾਰ ਤਾਂ ਉਲਟਾ ਲੈਂਦੀ ਹੈ। ਜਾਂ ਪੁੱਛੋ ਸ਼੍ਰੋਮਣੀ ਕਮੇਟੀ ਤੋਂ ਜਾ ਕੇ, ਨਹੀਂ ਜਿੰਦਾ ਲੱਗਾ ਹੋਇਆ ਸੈਂਟਰ ਦਾ, ਇੱਕ ਜਿੰਦਾ ਕਮੇਟੀ ਦਾ, ਇੱਕ ਸੈਂਟਰ ਦਾ, ਇੱਕ 84 ਦਾ। ਉਹ 84 ਦਾ ਨਿਹੰਗਾ ਸਿੰਘਾਂ ਦਾ ਵਿਧਾਨ ਦੱਸੋ। ਅੱਜ ਕੁਛ ਜਥੇਬੰਦੀਆਂ ਨੂੰ ਰਸਤਾ ਦਿੰਦੀਆਂ ਨੇ, ਕੁਛ ਜਥੇਬੰਦੀਆਂ ਉਹ ਲਦੋਲਣ 'ਚ ਨਹੀਂ ਆ ਰਹੀਆਂ। ਬਾਬਾ ਜੀ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਗਈ ਆ, ਬਹੁਤ ਵੱਡੀ ਸੰਸਥਾ ਹੈ ਸਾਡੀ ਸ਼੍ਰੋਮਣੀ ਕਮੇਟੀ ਹੈ ਜਿਹੜੀ। ਤੇ ਜੇ ਅਸੀਂ ਗੱਲ ਕਰਦੇ ਹਾਂ, ਕਿਸੇ ਨਾਲ ਕਿਹਾ ਜਾਂਦਾ ਹੈ ਜਿਹੜੀਆਂ ਬੇਅਦਬੀਆਂ ਨੇ, ਇਹ ਸਾਜ਼ਿਸ਼ਾਂ ਨੇ, ਪਲੈਨਿੰਗ ਕੀਤੀਆਂ ਗਈਆਂ ਨੇ, ਏਜੰਸੀਆਂ ਦੀਆਂ ਚਾਲਾਂ ਨੇ। ਕੀ ਲੱਗ ਰਿਹਾ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਏਜੰਸੀਆਂ ਸਿਖਾ ਕੇ ਬੇਅਦਬੀ ਤਾਂ ਕਰ ਰਹੀਆਂ ਨੇ, ਪਰ ਸਾਡੇ ਜਿਹੜੇ ਧਾਰਮਿਕ ਪ੍ਰਚਾਰਕ ਨੇ, ਧਾਰਮਿਕ ਦੇ ਠੇਕੇਦਾਰ ਨੇ, ਉਹ ਕੀ ਕਰ ਰਹੇ ਨੇ? ਸਿੱਖੀ ਨਾਲ ਨਹੀਂ ਜੋੜ ਸਕਦੇ? ਇੱਕ ਦਿਨ 'ਚ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿੱਦਾਂ ਦਾ, ਕਿਹੜਾ ਕਿੱਦਾਂ ਦਾ। 2015 ਤੋਂ ਲੈ ਕੇ 22 ਤੱਕ ਨਹੀਂ ਪਤਾ ਲੱਗਿਆ ਸਾਡੇ, ਨਾ ਫੌਜ ਨੂੰ ਪਤਾ ਲੱਗਿਆ, ਨਾ ਸਰਕਾਰੀ ਅਦਾਰੇ ਨੂੰ, ਨਾ ਹਾਈ ਕੋਰਟ, ਨਾ ਸੁਪਰੀਮ ਕੋਰਟ ਨੂੰ, ਵੀ ਇਹ ਬੇਅਦਬੀਆਂ ਕਰਾ ਕੌਣ ਰਿਹਾ। ਕੋਈ ਬਾਦਲ ਦੇ ਸਿਰ 'ਤੇ ਕਹੀ ਜਾਂਦਾ, ਕੋਈ ਕਿਹਨੂੰ ਕਹੀ ਜਾਂਦਾ, ਕਰਾ ਤਾਂ ਰਹੇ ਨੇ, ਪਰ ਉਹਨਾਂ ਦੇ ਨੂੰ ਫੜ ਕੇ ਕੋਈ ਅੰਦਰ ਦਿੰਦਾ? ਅਸਲ ਸੰਸਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਕਿਸੇ ਦੇ ਕੋਈ ਘਰੇ ਵੱਢ ਗਿਆ, ਉਹਨੇ ਬੇਅਦਬੀ ਕਰਤੀ, ਉਹ ਮੌਕੇ 'ਤੇ ਝਟਕਾ ਦੂਗਾ, ਉਹ ਪਤਾ ਲੱਗ ਜੂਗਾ ਵੀ ਇਹ ਕਿਉਂ ਵੜਿਆ ਸੀ, ਇਹਨਾਂ ਨੇ ਵੱਢਿਆ ਕਿਉਂ ਹੈ। ਉਹਦੀ ਫਿਰ ਛਾਣਬੀਨ ਹੋਊਗੀ। ਉਹ ਤਾਂ ਕਹਿਣ ਭਾਵੇਂ ਹੁਣ ਇੰਨੇ ਗੁਰੂ ਘਰਾਂ 'ਚ ਗਏ ਨੇ, ਵੀਡੀਓ ਹੈ ਨਹੀਂ ਵੀ ਜਿਹੜਾ ਪੂਰੀ ਸੰਸਾਰ ਨੂੰ ਸੋਝੀ ਦੇ ਰਿਹਾ, ਜਿਹੜੇ ਸੰਸਾਰ ਤੋਂ ਗੁਰੂ ਸਾਹਿਬ ਤੋਂ ਆਪਾਂ ਸੋਝੀ ਲੈਂਦੇ ਹਾਂ, ਪੌਣ ਪਾਣੀ ਚੱਲਦਾ ਉਹਦੇ ਹੁਕਮ 'ਚ ਦਿਨ। ਤੇ ਆ ਹੁਣ 2 ਘੜੀ ਪਹਿਲਾਂ ਇੱਥੇ ਦਿਨ ਸੀ, ਆ ਹੁਣ ਰਾਤ ਹੋਈ ਪਈ ਆ, ਕਿਹਦੇ ਹੁਕਮ 'ਚ ਹੋ ਰਿਹਾ? ਗੁਰੂ ਦੇ ਹੁਕਮ 'ਚ ਹੀ ਹੋ ਰਿਹਾ। ਇਸ ਕਰਕੇ ਮਸਲੇ ਬਹੁਤ ਨੇ ਪੰਜਾਬ ਦੇ। ਪਾਣੀਆਂ ਦਾ ਮਸਲਾ ਜੀ, ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਮਸਲਾ ਹੈ, ਕਿਸਾਨੀ ਦਾ ਮਸਲਾ ਹੈ, ਨੌਜਵਾਨੀ ਦਾ ਮਸਲਾ ਹੈ, ਟੀਚਰ ਦਾ ਮਸਲਾ ਹੈ, ਡੀਸੀਆਂ ਦਾ ਮਸਲਾ, ਸਾਰੇ ਅਫਸਰਾਂ ਦਾ ਮਸਲਾ ਹੈ। ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ, ਘਾਟ ਤਾਂ ਸਾਡੇ ਪ੍ਰਚਾਰਕਾਂ 'ਚ ਵੀ ਆ। ਇੱਕ ਦੂਜੇ ਤੇ ਸਵਾਲ ਤਾਂ ਚੱਕਦੇ ਨੇ, ਪਰ ਸਾਡੇ ਨੌਜਵਾਨਾਂ ਨੂੰ ਉਧਰ ਨੂੰ ਜੋੜਿਆ ਨਹੀਂ ਜਾਂਦਾ। ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡੇ ਵੱਡੇ ਬਜਟ ਨੇ, ਕੋਈ ਸਾਡੇ ਬੱਚਿਆਂ ਨੂੰ ਨੌਲੇਜ ਦੇਣ ਦੇ ਲਈ ਕੋਈ ਕਾਲਜ ਨਹੀਂ ਉੱਦਾਂ ਦੇ ਖੋਲ੍ਹੇ ਗਏ, ਕੋਈ ਸਾਡੇ ਸਿੱਖ ਸਮਾਜ ਨਾਲ ਜੁੜਦੇ ਜਿਹੜੇ ਸਾਡੇ ਧਰਮ ਦੇ ਨਾਲ ਇੱਦਾਂ ਦੀਆਂ ਲਾਇਬ੍ਰੇਰੀਆਂ ਨਹੀਂ ਖੋਲ੍ਹੀਆਂ ਗਈਆਂ, ਪਿੰਡਾਂ 'ਚ ਆਲੇ ਦੁਆਲੇ ਸ਼ਹਿਰਾਂ 'ਚ ਖੋਲ੍ਹੀਆਂ ਜਾਣ, ਜਿਹਦੇ ਨਾਲ ਸਾਡੇ ਬੱਚੇ ਨੇ ਜਿਹੜੇ ਸਾਡੇ ਨੌਜਵਾਨ ਨੇ ਉਹ ਸਾਡੇ ਧਰਮ ਨਾਲ ਜੁੜਨ। ਘਾਟ ਤਾਂ ਸਾਡੇ ਪ੍ਰਚਾਰਕਾਂ 'ਚ ਵੀ ਆ। ਦੇਖੋ ਵੀ ਜਦੋਂ ਆਪਾਂ ਹਜ਼ਾਰ ਸਿੰਘ ਅੰਮ੍ਰਿਤ ਛਕਦਾ ਹੈ ਤਾਂ ਉਹਨਾਂ ਨੂੰ 1000 ਬੰਦੇ ਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਪਿਓ ਗਲੀਆਂ 'ਚ ਰੁਲਦਾ ਜੀ, ਵੀ ਕੌਣ ਉਹਨੂੰ ਰੋਲਦਾ। ਸਰਕਾਰਾਂ ਦੀ ਭਰੋਸਾ ਰਹਿ ਗਿਆ, ਸਰਕਾਰਾਂ ਨੇ ਬਣਾਇਆ ਸੀ ਗੁਰੂ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰਿਆਂ ਨੂੰ ਹੁਕਮ ਹੈ, ਸਾਰਿਆਂ ਨੂੰ। ਉਹਦੇ 'ਚ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਆ, ਕੋਈ ਕ੍ਰਿਸਚਨ ਹੈ, ਭਾਵੇਂ ਕੋਈ ਸਰਦਾਰ ਆ, ਭਾਵੇਂ ਕੋਈ ਮੌਣਾ ਹੈ, ਭਾਵੇਂ ਨਿਹੰਗ ਸਿੰਘ ਫੌਜਾਂ ਨੇ, ਅਵਦੇਸ਼ ਸਾਰਿਆਂ ਨੂੰ ਇੱਕੋ ਹੈ ਜੀ। ਬਈ ਇੰਨਾ ਵੀ ਨਹੀਂ ਪਤਾ ਹੋਇਆ ਜ਼ਿੰਮੇਵਾਰ ਬੰਦੇ ਕਿੱਥੇ ਨੇ? ਜ਼ਿੰਮੇਵਾਰੀ ਛੱਡ ਕੇ ਭੱਜ ਗਏ, ਪਤਾ ਕੌਣ ਕਰੂਗਾ? ਜਿਨ੍ਹਾਂ ਦਾ ਜ਼ਿੰਮੇਵਾਰੀਆਂ ਛੱਡ ਕੇ ਭੱਜ ਗਏ ਉਹਨਾਂ ਨੂੰ ਕਿ ਭਾਵੇਂ ਗੁਰੂ ਸੜਕਾਂ 'ਤੇ ਰੋਲੇ, ਭਾਵੇਂ ਗੁਰੂ ਟੋਬਿਆਂ 'ਚ ਸਿੱਟੇ, ਭਾਵੇਂ ਕੋਈ ਤੰਬਾਕੂ ਸਿੱਟੇ। ਜਦੋਂ ਅਸੀਂ ਗੱਲ ਸੇਵਾ ਦੀ ਨਹੀਂ, ਗੱਲ ਗੋਲਖ 'ਤੇ ਆ ਗਈ, ਮਾਇਆ ਦੀ ਆ ਗਈ। ਗੋਲਖ ਦੀ ਲੜਾਈ ਆ ਸਾਰੀ। ਸੈਂਟਰ ਵੀ ਗੋਲਖ ਦੀ ਲੜ ਰਿਹਾ, ਇਹ ਵੀ ਗੋਲਖ ਦੀ ਲੜ ਰਹੇ ਨੇ। ਕਿਤੇ ਨਾ ਕਿਤੇ ਨਿਹੰਗ ਸਿੰਘਾਂ ਤੋਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਜਿਹੜੀ ਗੋਲਖ ਦਾ ਲਾਲਚ ਦਿੱਤਾ ਗਿਆ। ਉਹ ਕਹਿ ਰਹੇ ਸੀਗੇ ਵੀ ਤੁਸੀਂ ਇਹ ਕਰ ਲਓ, ਉਹ ਕਰ ਲਓ, ਅਸੀਂ ਤੁਹਾਨੂੰ ਇੰਨਾ ਆਫਰਾਂ ਦਿੱਤੀਆਂ ਗਈਆਂ, ਪਰ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ ਆਪਣੇ ਬਚਨਾਂ 'ਤੇ ਟੱਲ ਨੇ। ਨਹੀਂ, ਗੋਲਖਾਂ ਹੈ ਕਿਹਦੀਆਂ ਨੇ? ਪਹਿਲਾਂ ਇਤਿਹਾਸ ਵੇਖੋ, ਗੋਲਖਾਂ ਹੈ ਕਿਹਦੀਆਂ ਨੇ? ਗੋਲਖਾਂ ਇਹਨਾਂ ਨਹੀਂ ਦਿੱਤੀਆਂ ਨੇ, ਮਤਾ ਪਾ ਕੇ ਦਿੱਤੀਆਂ ਨੇ। ਇਹ ਕਿੱਥੇ ਭੱਜ ਲੈਣਗੇ? ਪੂਰਾ ਹੋ ਜੂ ਸਮਾਂ, ਇਹ ਫੌਜਾਂ ਤਿਆਰ ਪਰ ਤਿਆਰ ਹੋ ਜਾਣਗੀਆਂ, ਸਤਿਗੁਰ ਕਿਰਪਾ ਕਰ ਦੇਣਗੇ ਸਾਰੇ ਸਿੰਘਾਂ 'ਤੇ। ਇਹਨਾਂ ਸਿੰਘਾਂ ਨਹੀਂ ਬੈਠਣਾ ਤਖਤਾਂ 'ਤੇ ਜਾ ਕੇ। ਝੂਠ ਦਾ ਰਾਜ ਥੋੜ੍ਹਾ ਸਮਾਂ ਹੀ ਹੁੰਦਾ ਜੀ। ਕੂੜ ਲਾਲੋ ਬਣਿਆ ਹੋਇਆ ਪੂਰਾ ਹੁਣ ਇਹ ਜੀ। ਡਾਂਕਾ ਵੱਜਾ ਹੋਇਆ,
ਲੇਹ ਕਲੰਕ ਅਵਤਾਰ ਮਹਾਰਾਜ ਦੀ ਦਇਆ ਦ੍ਰਿਸ਼ਟੀ ਦੇ ਨਾਲ ਸਮਾਂ ਚੱਲ ਰਿਹਾ। ਸੱਚ ਝੂਠ ਨਿਬੜੂਗਾ, ਭਾਵੇਂ ਗ੍ਰੰਥੀ ਸਿੰਘ ਨੇ, ਭਾਵੇਂ ਤੋਮਰ ਹੁਣੀ ਨੇ। ਸਰਕਾਰ ਇਹਨਾਂ ਵਾਲੀ ਹੋਊਗੀ, ਸਾਡੇ ਲਈ ਤਾਂ ਸਰਕਾਰ ਉਹਦੀ ਆ ਜਿਹਦੇ ਸਾਰਾ ਪਾਉਣ ਪਾਣੀ ਸਾਜੇ। ਇਹਨਾਂ ਨੇ ਕਿਹੜਾ ਹਿਸਾਬ ਲੈਣਾ, ਹਿਸਾਬ ਤੋਂ ਉੱਪਰ ਲੈਣਾ ਪਰਮੇਸ਼ਰ ਅਕਾਲ ਪੁਰਖ ਨੇ, ਜਿਨ੍ਹਾਂ ਦੇ ਪੰਥ ਦੀ ਸੇਵਾ ਕਰਦੇ ਆ। ਬਾਬਾ ਅਜੀਤ ਸਿੰਘ ਜੀ ਦੇ ਪਾਵਨ ਸਥਾਨਾਂ ਤੋਂ ਆਏ ਆ। ਚਮਕੌਰ ਸਾਹਿਬ ਨਗਰ ਹੀ ਆ। ਇਹਨਾਂ ਸੰਸਾਰ ਨੂੰ ਗੱਲ ਕਲੀਅਰ ਕਰ ਦਈਏ ਵੀ ਚਮਕੌਰ ਸਾਹਿਬ ਧਰਤੀ ਦਾ ਨਾਂ ਹੀ ਐਡਾ, ਉੱਥੇ ਤੋਮਰ ਦੀ ਫੋਟੋ ਨੇ ਕੁਛ ਨਹੀਂ ਕਰਨਾ। ਜੇ ਕਰਨਾ ਤਾਂ ਕਿਸਾਨੀ ਦਾ ਹੱਲ ਕਰੋ। ਉਹਨੇ ਬੇਅਦਬੀ ਕੀਤੀ ਸੀ, ਸਿੰਘਾਂ ਨੇ ਸੌਦਾ ਲਾਤਾ ਤੇ ਅੰਦਰ ਸਿੰਘ ਸਿਲੰਡਰ ਕਰ ਗਏ, ਮਸਲਾ ਠੰਡਾ ਹੋ ਗਿਆ। ਹੁਣ ਇਹਨੇ ਫੋਟੋ ਪਾਤੀ, ਉਹ ਅਸੀਂ ਅੱਜ ਕਲੀਅਰ ਕਰਤਾ। ਪਰ ਹੁਣ ਸਾਨੂੰ ਇਹ ਦੱਸੋ ਵੀ ਅੱਗੇ ਕਿਸਾਨੀ ਦਾ ਕਦੋਂ ਮਸਲਾ ਹੱਲ ਕਰਨਾ, ਦਿੱਲੀ ਕਦੋਂ ਜਾਣਾ, ਜਾਂ ਇੱਥੇ ਵੀ ਪ੍ਰਸ਼ਾਦੇ ਛਕਣੇ ਆ। ਦਿੱਲੀ ਦਾ ਟਾਈਮ ਬਣਾਓ, ਜਥੇਬੰਦੀਆਂ ਨੂੰ ਕਲੀਅਰ ਕਰੋ, ਸਰਕਾਰ ਨੂੰ ਕਲੀਅਰ ਕਰੋ, ਦਿੱਲੀ ਚਲੋ ਬੈਠੋ ਉੱਥੇ। ਜੇ ਤਾਂ ਤੁਸੀਂ ਸਰਕਾਰਾਂ ਦੇ ਬੰਦੇ ਹੋ ਫਿਰ ਤਾਂ ਕੋਈ ਦਿੱਲੀ ਨੂੰ ਜਾ ਨਹੀਂ ਸਕਦਾ। ਜੇ ਤੁਸੀਂ ਕਿਸਾਨ ਨੂੰ ਪ੍ਰੇਮ ਕਰਦੇ ਹੋ, ਗੁਰੂ ਸਾਹਿਬ ਨੂੰ ਪ੍ਰੇਮ ਕਰਦੇ ਹੋ, ਫਿਰ ਮਹਾਰਾਜ ਦੀ ਤਾਬਿਆ 'ਚ ਆ ਜਾਓ ਨਿਸ਼ਾਨਾ ਹੇਠਾਂ। ਸਾਰਾ ਪਰ ਘਰ ਇੱਕ ਘਰ ਬਣਾ ਲਓ, ਭਾਵੇਂ ਲੀਡਰ ਨੇ, ਭਾਵੇਂ ਨੌਜਵਾਨੀ ਹੈ, ਭਾਵੇਂ ਮਾਈਆਂ ਨੇ। ਸਤਿਗੁਰ ਤੋਂ ਵੱਡੀ ਸੋਝੀ ਦੁਨੀਆ ਨੂੰ ਕਿਤੇ ਮਿਲਣੀ ਨਹੀਂ। ਜੇ ਸਤਿਗੁਰ ਦੇ ਲੜ ਇੱਥੋਂ ਮੋਰਚਾ ਫਤਿਹ ਅਰਦਾਸ ਬੇਨਤੀ ਕਰਕੇ ਤੁਰ ਜਾਣ ਦਿੱਲੀ ਨੂੰ, ਤਾਂ ਇਹ ਮੋਰਚੇ ਫਤਿਹ ਹੋਣਗੇ। ਜਦੋਂ ਸਾਡੇ ਆਪਣੇ ਮਤਭੇਦ ਹੋ ਗਏ ਸਾਈਡ 'ਤੇ, ਹੁਣ ਲੜਾਈ ਕਿਸਾਨ ਨਾਲ ਅੰਦੋਲਨ ਦੀ ਨਹੀਂ ਚੱਲਦੀ। ਕਦੇ ਤਾਂ ਸਾਡੇ 'ਤੇ ਆ ਜਾਂਦੀ ਹੈ, ਕਦੇ ਲੱਖੇ 'ਤੇ ਚੱਲ ਜਾਂਦੀ ਹੈ, ਕਦੇ ਰਾਜੇਵਾਲ 'ਤੇ ਚੱਲ ਜਾਂਦੀ ਹੈ। ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਗੁਰਮੁਖੋ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਧਿਆਨ ਰੱਖਿਓ। ਜੇ ਐਡੇ ਹੀ ਆ, ਤੁਸੀਂ ਪਿੱਛੇ ਚੈੱਕ ਕਰ ਲਓ, ਸਾਰਾ ਚੈੱਕ ਕਰ ਲਓ, ਠੀਕ ਹੈ ਨਾ। ਜਿਨ੍ਹਾਂ ਨੇ ਦਿੱਤੇ ਉਹਨੂੰ ਚੈੱਕ ਕਰ ਲੈਣਾ ਜੀ। ਬਾਬਾ ਜੀ, ਲਾਸਟ ਦੇ ਵਿੱਚ ਸਾਡੀ ਸੰਗਤ ਨੂੰ ਕੀ ਤੁਸੀਂ ਮੈਸੇਜ ਦੇਵੋਗੇ, ਉਹ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ? ਅਸੀਂ ਇਹੀ ਕਹਾਂਗੇ, ਖੰਡੇ ਬਾਟੇ ਦੀ ਪੌਲ ਛਕੋ, ਸਤਿਗੁਰਾਂ ਦੇ ਲੜ ਲੱਗੋ। ਸਮਾਂ ਭਿਆਨਕ, ਆਪਣੇ ਆਪ ਨੂੰ ਕਾਨੂੰਨੀ ਲੜਾਈ ਦੇ ਨਾਲ ਤਾਂ ਤੁਸੀਂ ਲੜ ਹੀ ਰਹੇ ਹੋ, ਤਿਆਰ ਪਰ ਤਿਆਰ ਰੱਖੋ ਜੀ। ਅਸੀਂ ਇਹੀ ਕਹਾਂਗੇ ਸਾਰੇ ਸੰਸਾਰ ਨੂੰ, ਬਾਹਰ ਵੀ ਇਹੀ ਗੱਲ ਕਹਾਂਗੇ ਵੀ ਦੇਖੋ, ਕੋਈ ਸਰਕਾਰ ਦਾ ਜਿਹੜਾ ਵਤੀਰਾ ਉਹ 10.5 ਮਹੀਨਿਆਂ ਤੋਂ ਠੀਕ ਨਹੀਂ ਹੈਗਾ। ਭਾਵੇਂ ਬੇਅਦਬੀਆਂ ਗੁਰੂ ਸਾਹਿਬ ਦੀਆਂ ਹੋ ਰਹੀਆਂ ਨੇ, ਸਮੇਂ ਤੱਕ ਕਰਵਾ ਰਹੇ ਨੇ ਉਹ ਭਾਵੇਂ ਬੀਜੇਪੀ ਦਾ ਹਾਮਲਾ ਹੋਵੇ, ਭਾਵੇਂ ਹਕੀਮਪੁਰ ਵਾਲਾ ਹੋਵੇ, ਜਿਹੜੇ ਉੱਦਾਂ ਮਿੱਧ 'ਤੇ ਜਾ ਕੇ ਉਹਨਾਂ 'ਤੇ ਜੀਪ ਚੜ੍ਹਾਤੀ। ਇਹ ਤੁਸੀਂ ਦੇਖ ਲਓ ਵੀ ਇਹ ਸਮਾਂ ਠੀਕ ਨਹੀਂ ਆਏਗਾ। ਇਸ ਕਰਕੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਏਕਤਾ। ਇਹਨਾਂ ਦਾ ਏਕਤੇ 'ਚ ਹੀ ਭਲਾ ਹੋਊਗਾ। ਹੁਣ ਜੇ ਇਕੱਠ ਕਰਨਗੇ, ਏਕਤਾ ਕਰਨਗੇ, ਤਾਂ ਇਹ ਅੰਦੋਲਨ ਨੂੰ ਚੰਦ ਭਾਗ ਹੋਰ ਲੱਗ ਜਾਣੇ ਆ, ਮਜ਼ਬੂਤੀ ਹੋ ਜੂ। ਸਰਕਾਰਾਂ ਦੇ ਚਪੇੜ ਵੱਜ ਜੂ ਮੂੰਹ 'ਤੇ ਵੀ ਜਿਹੜੇ ਆਪਸ ਵਿੱਚ ਲੜਦੇ ਸੀ ਅੱਜ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਨਾ। ਦਿੱਲੀ ਦੇ ਲੋਕਾਂ ਕੋਲੇ ਬੈਠਾਂਗੇ, ਉੱਥੇ ਵੀ ਸਾਡਾ ਹੀ ਭਾਈਚਾਰਾ। ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਆ ਦਿੱਲੀ, ਸੰਸਾਰ ਧਿਆਨ ਰੱਖੇ ਨਾ। ਸੀਸ ਆਨੰਦਪੁਰਾ ਧੜ ਇੱਥੇ ਹੈ। ਉਹ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਉਹਨਾਂ ਤੋਂ ਡਰਨ ਇਹ ਸੰਸਾਰ। ਤੋਮਰ ਦੀ ਫੋਟੋ ਨਾਲ ਕੁਝ ਨਹੀਂ ਹੋਣ ਲੱਗਿਆ। ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਬੈਠੇ ਆ, ਉਹ ਆਪ ਹੀ ਸੱਚੋ ਸੱਚ ਨਿਮੇੜ ਲੈਣਗੇ। ਮਾਤਾ ਸੁੰਦਰੀ ਜੀ ਦੇ ਚਰਨਾਂ 'ਚ ਬੈਠੇ ਆ, ਮਾਤਾ ਸਾਹਿਬ ਦੇਵਾਂ ਦੇ ਚਰਨਾਂ 'ਚ ਬੈਠੇ ਆ, ਸੱਚੋ ਸੱਚ ਨਿਮੇੜ ਲੈਣਗੇ। ਗੱਲ ਅਮਨ ਸਿੰਘ ਮਿੱਟੀ ਦੀ ਨਹੀਂ ਹੋਣੀ, ਗੱਲ ਤਾਂ ਸਰੂਪ ਦੀ ਹੋਣੀ ਆ ਬਾਣੇ ਦੀ ਹੋਣੀ ਆ। ਬਾਣਾ ਭਾਵੇਂ 1.25 ਲੱਖ ਸਿੰਘ ਦੇ ਪਾਇਆ, ਭਾਵੇਂ ਸਾਰੀ ਫੌਜ ਆ। ਇਸੇ ਕਰਕੇ ਵੀ ਸੰਸਾਰ ਨੂੰ ਸਮਝਣਾ ਚਾਹੀਦਾ, ਅੰਦੋਲਨ ਵੱਲ ਧਿਆਨ ਦੇਣ। ਖਾਸ ਕਰਕੇ ਧਰਮ ਜਥੇਬੰਦੀਆਂ ਨੂੰ ਵੀ ਚਾਹੀਦਾ, ਮੀਡੀਆ ਦਾ ਵੀ ਕਹਿੰਦੇ ਆ ਵੀ ਜਿਹੜੇ ਮੀਡੀਆ ਵਾਲੇ ਨੇ ਉਹ ਸਹੀ ਪ੍ਰੋਜੈਕਟ ਕਰਨ ਇਸ ਅੰਦੋਲਨ ਨੂੰ। ਦੇਖੋ, ਤੀਲੀ ਨਾਲ ਸਿੱਟਣ ਵਾਲੀ ਕੋਈ ਵੀ ਗੱਲ ਕਰੋ, ਮਨੁੱਖਤਾ ਦਾ ਜੰਗ ਦੇ ਨਾਲ ਨੁਕਸਾਨ ਹੋ ਜਾਂਦਾ ਹੁੰਦਾ। ਜਿਹੜੀ ਗੱਲ ਕਲਮ ਦੀ ਆ ਉਹਨੂੰ ਕਲਮ ਨਾਲ ਲੜੋ, ਜਿਹੜੀ ਗੱਲ ਕੋਰਟ ਦੀ ਆ ਉਹਨੂੰ ਕੋਰਟ ਨਾਲ ਲੜੋ। ਜਦੋਂ ਕੋਰਟ ਨਹੀਂ ਇਨਸਾਫ ਦੇ ਰਿਹਾ, ਫਿਰ ਉਹਦਾ ਮਸਲਾ ਖੁਦ ਆਪ ਹੱਲ ਕਰਨਾ ਪੈਂਦਾ, ਫਿਰ ਬਾਹਰੋਂ ਨਹੀਂ ਕਰ ਸਕਦਾ ਕੋਈ। ਜਿਹੜੇ ਸੋਝੀ ਵਾਲੇ ਹੋਣਗੇ ਉਹ ਮੌਕੇ 'ਤੇ ਜੋ ਬਣਦਾ ਉਹ ਆਪਣਾ ਕਰ ਲੈਣਗੇ ਪੂਰਾ। ਕੀ ਪਤਾ ਸਾਡੇ ਨਾਲ ਕਿਸੇ ਦੀ ਜ਼ਿਆਦਾ ਸੋਝੀ ਹੋਵੇ। ਜਿਹਦਾ ਜਿੰਨਾ ਫਰਜ਼ ਬਣਦਾ, ਅੰਦੋਲਨ ਨੂੰ ਸੱਚਾਈ ਵੱਲ ਲੈ ਕੇ ਜਾਓ, ਫੋਟੋਆਂ ਦੇ ਚੱਕਰਾਂ 'ਚ ਨਾ ਫਸੋ। ਕੀ ਪਤਾ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਪਾ ਦੇਣ। ਐਂ ਤਾਂ ਹੁਣ ਸਾਡੇ ਕੋਲੇ ਬਹੁਤ ਆਉਂਦੇ ਆ, ਇੱਕ ਸਾਡੇ ਬਹੁਤ ਖਾਸ ਨੇ, ਸਾਡੇ ਕੋਲੇ ਬਹੁਤ ਆਉਂਦੇ ਆ, ਪ੍ਰੇਮ ਕਰਦੇ ਆ, ਸਾਨੂੰ ਬੜਾ ਪ੍ਰੇਮ ਕਰਦੇ ਆ। ਇਸ ਕਰਕੇ ਇੱਦਾਂ ਨਹੀਂ ਕੋਈ ਗੱਲ ਹੁੰਦੀ। ਵਿਆਹਾਂ 'ਚ ਜਾਂਦੇ ਆ ਲੋਕ। ਗਰੇਵਾਲ ਦੇ ਮੁੰਡੇ ਦਾ ਵਿਆਹ ਸੀ, ਸਾਨੂੰ ਬੁਲਾ ਦੀ, ਮੈਂ ਕਿਹਾ ਭਾਈ ਸਮਾਂ ਨਹੀਂ ਹੈਗਾ ਸਾਡੇ ਕੋਲੇ ਹਾਲੇ। ਦੇਖੋ, ਜਿਹੜੇ ਬੰਦੇ ਅੱਜ ਫੋਟੋ ਪਾ ਸਕਦੇ, ਕੱਲ੍ਹ ਨੂੰ ਕੀ ਪਤਾ ਰਿਕਾਰਡਿੰਗ ਵੀ ਪਾ ਦੇਣ। ਅਸੀਂ ਪਹਿਲਾਂ ਹੀ ਸੰਸਾਰ ਨੂੰ ਕਲੀਅਰ ਕਰ, ਉਹਨਾਂ ਨੇ ਕਹਿਣਾ ਵੀ ਸਾਰਾ ਪੇਸ਼ ਕਰ ਦਿਓ ਜੋ ਕੁਛ ਤੁਹਾਡੇ ਕੋਲੇ ਹੈਗਾ, ਪਰ ਅੰਦੋਲਨ ਦਾ ਇਨਸਾਫ ਕਰੋ। ਗੁਰੂ 'ਤੇ ਰਾਜਨੀਤੀ ਨਾ ਕਰੋ, ਅੰਦੋਲਨ 'ਤੇ ਰਾਜਨੀਤੀ ਨਾ ਕਰੋ, ਕਿਸਾਨ 'ਤੇ ਰਾਜਨੀਤੀ ਨਾ ਕਰੋ। ਬੇੜਾ ਡੁੱਬੂ ਭਰ ਕੇ ਜੇ ਕਿਸਾਨ 'ਤੇ ਰਾਜਨੀਤੀ ਕਰੋਗੇ, ਗੁਰੂ 'ਤੇ ਕਰੋਗੇ, ਮੰਦਰ 'ਤੇ ਕਰੋਗੇ, ਮਸੀਤ 'ਤੇ ਕਰੋਗੇ, ਤਾਂ ਉਹਦਾ ਰਾਜ ਨਹੀਂ ਰਹੂਗਾ। ਉਹਦਾ ਰਾਜ ਨਹੀਂ ਰਹੂਗਾ। ਉਹ ਭਾਵੇਂ ਬੀਜੇਪੀ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਨੇ,
ਕੋਈ ਵੀ ਪਾਰਟੀ ਹੈ ਉਹਦਾ ਰਾਜ ਨਹੀਂ ਰਹੂਗਾ। ਅੱਜ ਹਿੰਦੂ ਭਾਈਚਾਰਾ ਸਾਡਾ ਹੈਗਾ ਤਾਂ ਸਾਡਾ ਹੀ ਆ ਨਾ, ਅਸੀਂ ਸਾਡਾ ਤਾਂ ਕਹਿੰਦੇ ਆ, ਉਹ ਸਾਡੇ ਬਣਾਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਉਹਨਾਂ ਦਾ ਕੋਈ ਨਹੀਂ ਸੀ ਹੈਗਾ। ਜਿਹੜਾ ਸੌਦਾ ਲਗਾਇਆ ਗਿਆ ਇਹ ਸਿੰਘਾਂ ਵੱਲੋਂ ਕਿਹਾ ਜਾ ਰਿਹਾ ਦਲਿਤ ਨੂੰ ਸੌਦਾ ਲਾਤਾ, ਕਿ ਜਾਤ ਪੁੱਛ ਕੇ ਸੌਦਾ ਲਾਇਆ ਸੀਗਾ? ਨਹੀਂ, ਇਹ ਗੱਲ ਨਹੀਂ ਹੁੰਦੀ। ਐਦਾਂ ਕਰੋ, ਸਾਰੇ ਦਲਿਤ ਹੀ ਨੇ, ਅਸੀਂ ਕੀ, ਅਸੀਂ ਵੀ ਦਲਿਤ ਹੀ ਆ। ਗੁਰੂ ਦਾ ਰਾਜਨੀਤਿਕ ਪਾਰਟੀਆਂ ਵੱਲੋਂ ਮੁੱਦਾ ਤਾਂ ਇਹ ਚੱਕਿਆ ਜਾ ਰਿਹਾ ਹੈ। ਦੇਖੋ, ਉਹਨਾਂ ਦੇ ਚੱਕਰ ਨਾਲ ਨਹੀਂ ਗੁਣਾ, ਅਸੀਂ ਆਪਣੇ ਆਪ ਨੂੰ ਦਲਿਤ ਕਹਿੰਦੇ ਆ ਜੀ, ਪਰ ਅਸੀਂ ਹੁਣ ਸਰੂਪ 'ਚ ਆ। ਮਹਾਰਾਜ ਨੇ ਸਾਨੂੰ ਕਿਰਪਾ ਕੀਤੀ ਹੈ ਸਾਡੇ 'ਤੇ, ਅਸੀਂ ਅੰਮ੍ਰਿਤਧਾਰੀ ਹੋਏ ਆ, ਗੁਰੂ ਸਾਹਿਬ ਦੇ ਨਿਤਨੇਮ ਪਾਣੀ ਦਾ ਕਰਦੇ ਆ, ਤੇ ਸੋਝੀ ਮਿਲ ਜੂਗੀ, ਉਹ ਰਸਤਾ ਸਿੱਧਾ ਹੋ ਜੂਗਾ। ਕਰਨਾ ਤਾਂ ਸੋਝੀ ਨਹੀਂ ਆ ਨਾ, ਭਰੋਸਾ ਤਾਂ ਰੱਖੋ ਨਾ ਗੁਰੂ ਤੇ। ਜਿਹੜਾ ਗੁਰੂ ਤੇ ਨਹੀਂ ਭਰੋਸਾ ਹੈਗਾ, ਜਦੋਂ ਲਦੋਲਣ ਵਾਲਿਆਂ ਨੂੰ ਗੁਰੂ ਤੇ ਭਰੋਸਾ ਨਹੀਂ ਹੈਗੇ ਤਾਂ ਲਦੋਲਣ ਕਿੱਦਾਂ ਜਿੱਤ ਲੈਣਗੇ? ਜਿਹਨੇ ਸਾਰੀ ਸ੍ਰਿਸ਼ਟੀ ਜਿੱਤੀ ਹੈ ਉਹ ਤੇ ਭਰੋਸਾ ਨਹੀਂ ਸਾਨੂੰ ਹੈਗਾ। ਲੀਡਰਾਂ ਦੇ ਭਰੋਸਾ ਹੈ, ਰਾਜੇਵਾਲ ਤੇ ਭਰੋਸਾ ਹੈ, ਤੋਮਰ ਤੇ ਭਰੋਸਾ ਹੈ। ਤੋਮਰ ਕੁਝ ਨਹੀਂ ਕਰ ਸਕਦਾ, ਮੋਦੀ ਵੀ ਕੁਝ ਨਹੀਂ ਕਰ ਸਕਦਾ। ਸਮਾਂ ਵੇਖੋ, ਇੱਕ ਪਾਸੇ ਤਾਂ ਕਹਿੰਦੇ ਵੋਟਾਂ ਤੇ ਪਤਾ ਲੱਗੂ, ਫਿਰ ਰੁਕ ਜਾਓ। ਹੁਣ ਸਾਤੋਂ ਤਾਂ ਤੁਸੀਂ ਅੱਜ ਇਨਸਾਫ ਭਾਲਦੇ ਹੋ, ਦੇਖ ਲਓ ਬਹਿ ਕੇ। ਅਸੀਂ ਤਾਂ ਬੈਠੇ ਹਾਂ, ਅਸੀਂ ਪੁੱਤਰਾ ਭੱਜੇ ਨਹੀਂ। ਡਟੇ ਰਹਿਣਗੇ ਬਾਬਾ ਜੀ ਇੱਥੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ? ਬਿਲਕੁਲ ਡਟੇ ਰਹਾਂਗੇ, ਪਰ ਸੰਗਤ ਦਾ ਸਹਿਯੋਗ ਚਾਹੀਦਾ ਜੀ। ਘੋੜੇ ਚਾਹੀਦੇ ਨੇ ਹੁਣ ਜੀ, ਧੰਨਵਾਦ ਜੀ। ਘੋੜੇ ਚਾਹੀਦੇ ਆ, ਉਹ ਸੰਗਤ ਤਿਆਰ ਕਰੇ, ਹਾਥੀ ਚਾਹੀਦੇ ਆ, ਬੋਤੇ ਚਾਹੀਦੇ ਆ। ਇਹ ਚੀਜ਼ਾਂ ਹੁਣ ਸੰਗਤ ਇਹਨੂੰ ਆਪਣੇ, ਜਿਵੇਂ ਸੈਂਟਰ ਦੀ ਸਰਕਾਰ ਹੈ ਉਹਦੀ ਮਿਲਟਰੀ ਦਿੰਦੀ ਹੈ ਸਾਨੂੰ ਲੱਗੀ ਸਾਡੇ ਮੂਹਰੇ। ਤੁਸੀਂ ਇਹ ਦੇਖੋ ਵੀ ਤੁਸੀਂ ਇੱਕ ਸਰਕਾਰ ਵਾਂਗੂ ਲੜਦੇ ਹੋ ਮੂਹਰੇ, ਅਸੀਂ ਤੁਹਾਡੇ ਨਾਲ ਬੈਠੇ ਹਾਂ ਜੀ। ਮਿਲਟਰੀ ਬੈਠੀ ਆ, ਗੁਰੂ ਦੀ ਫੌਜ ਬੈਠੀ ਆ, ਗੁਰੂ ਦੀ, ਪਰਮੇਸ਼ਰ ਅਕਾਲ ਪੁਰਖ ਦੀ ਫੌਜ ਹੈ ਇਹ ਸਾਰੀ। ਸੱਚ ਝੂਠ ਕਰਕੇ ਬੈਠੀ ਹੈ। ਤੋਮਰ ਦੀ ਫੋਟੋ ਤੇ ਨਾ ਲੈ ਕੇ ਜਾਓ, ਇਹ ਤਾਂ ਬਹੁਤ ਛੋਟੀਆਂ ਮੋਟੀਆਂ ਗੱਲਾਂ। ਜੇ ਇਹਨਾਂ ਕੋਲ ਰਾਸਾਜ ਹੋਊਗਾ ਤਾਂ ਕੱਲ੍ਹ ਨੂੰ ਇਹਨਾਂ ਨੂੰ ਫੜ ਕੇ ਕਹਿ ਤਾਂ ਦੇਣਗੇ ਵੀ ਹਾਂ ਉਹ ਕਿੱਦਾਂ ਧੱਕਾ ਕਰੋਗੇ ਇਹਨਾਂ ਨਾਲ। ਇਹ ਤਾਂ ਕਹਿ ਸਕਦੇ ਆ ਨਾ। ਜੇ ਬਾਣੀ ਪੜ੍ਹਦਾ ਸਿੰਘ ਇਹ ਵੀ ਨਹੀਂ ਕਹਿ ਸਕਦਾ ਉਹ ਜ਼ੁਲਮ ਕਰਦਾ। ਜ਼ੁਲਮ ਨੂੰ ਹਮੇਸ਼ਾ ਡੱਕਦੇ ਆਏ ਆ, ਇਹ ਜ਼ੁਲਮ ਨੂੰ ਡੱਕਣ ਕਰਕੇ ਬੈਠੇ। ਹੁਣ ਤੋਮਰ ਦੀਆਂ ਫੋਟੋਆਂ ਪਾਵੋ, ਕਿਸੇ ਦੀਆਂ ਮਰਜ਼ੀ ਪਾਓ, ਪਰ ਅਸੀਂ ਜ਼ੁਲਮ ਦੇ ਖਿਲਾਫ ਬੈਠੇ ਇੱਥੇ। ਜਿਹਨੂੰ ਕੋਈ ਭੁਲੇਖਾ ਸਾਡੀਆਂ ਪ੍ਰਾਪਰਟੀਆਂ ਚੈੱਕ ਕਰ ਲਓ, ਖਾਤੇ ਚੈੱਕ ਕਰ ਲਓ, ਜਿਹਦਾ ਹੀ ਭੱਜੀਏ ਫਿਰ। ਉਹ ਬਾਹਰ ਅਮਰੀਕਾ ਕੈਨੇਡਾ ਵਾਲਿਆਂ ਨੂੰ ਪੁੱਛ ਲਓ, ਸਾਡੇ ਨੰਬਰ ਸਾਰੇ ਟਰੇਸ ਹੁੰਦੇ ਆ, ਪੁਲਿਸ ਕਰਦੀ ਆ, ਇਹ ਕਰਦੇ ਆ, ਉਹਨਾਂ ਨੂੰ ਪੁੱਛ ਲਓ ਸਾਡੇ ਬਾਰੇ ਜੀ, ਕਲੀਅਰ ਪਤਾ ਕਰਾ ਲਓ ਸਾਰੀ ਸੰਸਾਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬਾਬਾ ਅਮਨ ਸਿੰਘ ਜੀ, ਨਿਹੰਗ ਸਿੰਘ ਜਥੇਬੰਦੀਆਂ ਤੋਂ, ਜਿਨ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ। ਇਹਨਾਂ ਨੇ ਸਾਰੀ ਗੱਲ ਆ ਜਿਹੜੀ ਉਹ ਕਲੀਅਰ ਕੀਤੀ ਆ। ਜੋ ਚਿੱਠੀਆਂ ਨੇ ਵੱਖ-ਵੱਖ ਜਿਹੜੇ ਮੰਤਰੀ ਨੇ, ਅਹੁਦੇਦਾਰ ਨੇ, ਉਹਨਾਂ ਨੂੰ ਲਿਖੀਆਂ ਗਈਆਂ ਨੇ। ਸੋ ਪੂਰੇ ਪੰਥ ਵੱਲੋਂ ਇਹ ਚਿੱਠੀਆਂ ਨੇ ਜਿਹੜੀਆਂ ਲਿਖੀਆਂ ਗਈਆਂ ਨੇ। ਸੋ ਬਾਬਾ ਜੀ ਦਾ ਇਹੀ ਕਹਿਣਾ ਹੈ ਕਿ ਫੋਟੋਆਂ ਤੇ ਨਾ ਜਾਓ। ਜਿਹੜੀਆਂ ਫੋਟੋਆਂ ਨੇ ਉਹ ਤਾਂ ਬਹੁਤ ਲੋਕਾਂ ਦੀਆਂ ਬਹੁਤ ਨਾਲ ਵਾਇਰਲ ਹੁੰਦੀਆਂ ਨੇ, ਬੜੇ ਮੰਤਰੀਆਂ ਨਾਲ ਵੀ ਵਾਇਰਲ ਹੁੰਦੀਆਂ ਨੇ, ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਵੀ, ਐਕਟਰਾਂ ਨਾਲ ਵੀ ਵਾਇਰਲ ਹੁੰਦੀਆਂ ਨੇ। ਫੋਟੋ ਤੇ ਨਾ ਜਾਓ। ਜੋ ਇਨਸਾਫ ਹੈ ਉਹ ਗੁਰੂ ਮਹਾਰਾਜ ਨੇ ਆਪ ਕਰਨਾ ਹੈ। ਆਉਣ ਵਾਲੇ ਟਾਈਮ 'ਚ ਅਸੀਂ ਜਿਹੜਾ ਹੈਗਾ ਕੱਲਾ ਸਬੂਤ ਹੈ ਜਿਹੜਾ ਉਹ ਬਾਬਾ ਜੀ ਨੇ ਦਿਖਾਇਆ ਹੈ। ਹੋਰ ਵੀ ਅਸੀਂ ਜਿਹੜੇ ਤੱਥ ਨੇ ਉਹ ਸਾਹਮਣੇ ਲਿਆਵਾਂਗੇ। ਸੋ ਅਸੀਂ ਤੁਹਾਨੂੰ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ ਸਿੰਘੂ।